ਹੈਲੋ ਦੋਸਤੋ, ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਇਸ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਜੀ ਸਟੱਡੀ ਇਨਸਾਈਡ ਹੈ। ਡਿਸਕਸ ਕਰਾਂਗੇ ਜੀ ਸਰਫੇਸ ਕੈਮਿਸਟਰੀ ਦੀ ਫਾਈਨਲ ਰਿਵੀਜ਼ਨ ਲਾਸਟ ਲੈਕਚਰ ਹੈ ਜੀ। ਇਸ ਚੈਪਟਰ ਦੇ ਉੱਪਰ ਕੁਝ ਇੰਪੋਰਟੈਂਟ ਟੌਪਿਕ ਰਹਿ ਗਏ ਸੀ, ਉਹਨਾਂ ਨੂੰ ਡਿਸਕਸ ਕਰਾਂਗੇ ਤੇ ਨਾਲ ਦੀ ਨਾਲ ਪ੍ਰੀਵੀਅਸ ਈਅਰ ਐਂਡ ਮੋਸਟ ਐਕਸਪੈਕਟਡ MCQs ਡਿਸਕਸ ਕਰਾਂਗੇ। ਆਈ ਹੋਪ ਤੁਹਾਡੀ ਪ੍ਰੈਪਰੇਸ਼ਨ ਵਧੀਆ ਹੋ ਗਈ ਹੋਏਗੀ ਇਸ ਚੈਪਟਰ ਦੇ ਰਿਲੇਟਡ। ਜੋ ਵੀ ਜਿਨ੍ਹਾਂ ਨੇ ਵੀ ਆਪਣੇ ਇਸ ਚੈਨਲ ਦੇ ਉੱਪਰ ਲੈਕਚਰ ਦੇਖੇ ਨੇ ਸਰਫੇਸ ਕੈਮਿਸਟਰੀ ਦੇ ਉੱਪਰ, ਆਈ ਥਿੰਕ 7 to 8 ਲੈਕਚਰ ਨੇ ਟੋਟਲ, ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਕਰਵਾਇਆ ਗਿਆ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜੀ ਸਰਫੇਸ ਕੈਮਿਸਟਰੀ ਮਾਸਟਰ ਦੇ ਲਈ। ਆਈ ਹੋਪ ਤੁਹਾਨੂੰ ਵੀਡੀਓਜ਼ ਵਧੀਆ ਲੱਗੀਆਂ ਹੋਣਗੀਆਂ, ਤਾਂ ਰਿਵਿਊ ਜ਼ਰੂਰ ਦੇਣਾ ਤਾਂ ਕਿ ਆਪਾਂ ਨੈਕਸਟ ਚੈਪਟਰ ਦੇ ਲਈ ਜਾਂ ਨੈਕਸਟ ਯੂਨਿਟ ਦੇ ਲਈ ਆਪਾਂ ਇਸੇ ਤਰ੍ਹਾਂ ਫਰਦਰ ਅੱਗੇ ਚੱਲੀਏ, ਹੈ ਨਾ। ਤਾਂ ਸਾਰਿਆਂ ਨੇ ਜ਼ਰੂਰ ਰਿਵਿਊ ਦੇਣੇ ਇਸ ਦੇ ਉੱਪਰ। ਨਾਲ ਦੀ ਨਾਲ ਤੁਸੀਂ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਸ ਦੇ ਵਿੱਚ ਮੋਸਟ ਐਕਸਪੈਕਟਡ ਤੇ ਪ੍ਰੀਵੀਅਸ ਈਅਰ ਆਪਾਂ MCQs ਡਿਸਕਸ ਕਰਾਂਗੇ ਲਾਸਟ ਦੇ ਵਿੱਚ। ਉਸ ਤੋਂ ਪਹਿਲਾਂ ਕੁਝ ਜੋ ਟੌਪਿਕ ਰਹਿ ਗਏ ਸੀ ਬਹੁਤ ਇੰਪੋਰਟੈਂਟ ਟੌਪਿਕ, ਜਿਨ੍ਹਾਂ ਦੇ ਬੇਸ ਤੇ ਬਹੁਤ ਜ਼ਿਆਦਾ ਇੰਪੋਰਟੈਂਟ MCQs ਆਉਂਦੇ ਆ, ਉਹ ਕਰਕੇ ਆਪਾਂ ਇਸ ਚੈਪਟਰ ਨੂੰ ਕਰਦੇ ਨਾ ਬਾਏ ਬਾਏ, ਠੀਕ ਹੈ। ਤਾਂ ਆਈ ਥਿੰਕ ਤੁਸੀਂ ਰੈਡੀ ਹੋਵੋਗੇ ਤੇ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰ ਲੈਂਦੇ ਹਾਂ। ਦੇਖੋ ਜੀ, ਸ਼ੁਰੂ ਕਰਦੇ ਹਾਂ। ਤੁਹਾਨੂੰ ਪਤਾ ਹੈ ਜੀ ਆਪਾਂ ਕਾਫੀ ਸਾਰੇ ਟੌਪਿਕ ਤਾਂ ਕਰ ਹੀ ਲਏ ਆ। ਇਲੈਕਟ੍ਰੀਕਲ ਪ੍ਰੋਪਰਟੀ ਆਪਾਂ ਡਿਸਕਸ ਕਰ ਰਹੇ ਸੀ, ਠੀਕ ਹੈ। ਇਲੈਕਟ੍ਰੀਕਲ ਪ੍ਰੋਪਰਟੀ ਆਪਾਂ ਇਸ ਦੇ ਵਿੱਚ ਡਿਸਕਸ ਕਰ ਰਹੇ ਸੀ। ਦੇਖੋ ਉਸ ਤੋਂ ਬਾਅਦ ਦੂਸਰਾ ਪੁਆਇੰਟ ਆ ਜਾਂਦਾ। ਪਹਿਲਾ ਪੁਆਇੰਟ ਆਪਾਂ ਡਿਸਕਸ ਕਰ ਲਿਆ ਸੀ ਇਸ ਦੇ ਵਿੱਚ, ਜਿਸ ਨੂੰ ਆਪਾਂ ਇਲੈਕਟ੍ਰੀਕਲ ਚਾਰਜ ਦੇ ਰਿਲੇਟਡ ਪ੍ਰੋਪਰਟੀ ਕੀਤੀ ਸੀ। ਆਪਾਂ ਚਾਰਜ ਕਿਵੇਂ ਪ੍ਰੋਡਿਊਸ ਕਰ ਸਕਦੇ ਹਾਂ, ਕਿਵੇਂ ਤੁਸੀਂ ਪੈਦਾ ਕਰ ਸਕਦੇ ਹੋ ਕਿਸੇ ਵੀ ਕੋਲਾਈਡਲ ਦੇ ਉੱਪਰ ਚਾਰਜ, ਤੇ ਉਹ ਕਿਵੇਂ ਨਿਊਟਰਲ ਹੁੰਦਾ, ਇਹ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਦੇਖ ਚੁੱਕੇ ਹਾਂ। ਜਿਨ੍ਹਾਂ ਨੇ ਵੀਡੀਓਜ਼ ਪਹਿਲਾਂ ਵਾਲੀਆਂ ਨਹੀਂ ਦੇਖੀਆਂ, ਮੇਕ ਸ਼ੋਰ ਸਾਰੀਆਂ ਵੀਡੀਓਜ਼ ਤੁਸੀਂ ਦੇਖ ਲੈਣਾ, ਤੁਹਾਨੂੰ ਪੂਰਾ ਚੈਪਟਰ ਸਮਝ ਆ ਜਾਵੇਗਾ। ਹਰ ਇੱਕ ਪੁਆਇੰਟ, ਹਰ ਇੱਕ ਟੌਪਿਕ ਸਮਝ ਕੇ ਤੁਸੀਂ ਕੋਈ ਵੀ MCQs ਟਰਾਈ ਕਰ ਸਕਦੇ ਹੋ, ਈਜ਼ੀਲੀ ਹੋ ਜਾਣਗੇ। ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗ ਜਾਏਗਾ ਜਦੋਂ ਆਪਾਂ ਪ੍ਰੀਵੀਅਸ ਜੋ ਪੇਪਰ ਨੇ ਨਾ ਉਹ ਡਿਸਕਸ ਕਰਾਂਗੇ। ਦੇਖੋ ਜੀ, ਹੁਣ ਪੁਆਇੰਟ ਹੈ ਦੂਸਰਾ, ਕਿਹਨੂੰ ਬੋਲਦੇ ਆਪਾਂ ਇਲੈਕਟ੍ਰੋਫੋਰੇਸਿਸ, ਜਿਹਨੂੰ ਆਪਾਂ ਕੀ ਬੋਲਦੇ ਹਾਂ ਇਲੈਕਟ੍ਰੋਫੋਰੇਸਿਸ ਔਰ ਕੈਟਾਫੋਰੇਸਿਸ। ਦੋ ਨੇਮ ਨੇ, ਇਹ 올ਡ ਵਰਜਨ ਹੈ, ਇਹ ਕਿਹੜਾ ਜੀ 올ਡ ਵਰਜਨ ਹੈ, ਇਹ ਨਿਊ ਵਰਜਨ ਹੈ। ਇਸ ਤਰ੍ਹਾਂ ਸਮਝ ਸਕਦੇ ਹੋ। ਦੱਸਾਂਗੇ ਮਤਲਬ ਕੀ ਇਹਦਾ। ਦੇਖੋ ਕਹਿੰਦੇ ਦਾ ਮੂਵਮੈਂਟ ਆਫ ਕੋਲਾਈਡਲ ਪਾਰਟੀਕਲ ਅੰਡਰ ਦੀ ਇਨਫਲੂਐਂਸ ਆਫ ਇਲੈਕਟ੍ਰਿਕ ਫੀਲਡ, ਤੁਸੀਂ ਉਹਨੂੰ ਇਲੈਕਟ੍ਰੋਫੋਰੇਸਿਸ ਬੋਲਦੇ ਹੋ। ਤੁਹਾਡੇ ਕੋਲ ਕੋਲਾਈਡਲ ਪਾਰਟੀਕਲ ਨੇ, ਕੋਲਾਈਡਲ ਸੋਲ ਹੈ, ਤੁਹਾਡੇ ਕੋਲਾਈਡਲ ਸੋਲ ਹੈ ਤੁਹਾਡੇ ਕੋਲ। ਤੁਸੀਂ ਉਹਨੂੰ ਜਸਟ ਜੋ ਆਇਨ ਨੇ ਨਾ ਉਹਨਾਂ ਨੂੰ ਤੁਸੀਂ ਮੂਵ ਕਰਵਾ ਰਹੇ ਹੋ। ਮੂਵ ਕਰਵਾ ਰਹੇ ਹੋ ਦਾ ਮਤਲਬ ਕੀ ਹੋ ਗਿਆ, ਜੋ ਪਾਰਟੀਕਲ ਮੂਵ ਕਰ ਰਹੇ ਨੇ ਤਾਂ ਫਿਰ ਕਿਸੇ ਫੋਰਸ ਦੇ ਕਰਕੇ ਮੂਵ ਕਰਨਗੇ। ਤੁਸੀਂ ਕੀ ਕਰੋਗੇ, ਉਹਨਾਂ ਦੇ ਉੱਪਰ ਨਾ ਇਨਫਲੂਐਂਸ ਦੇ ਦੋਗੇ ਉਸਨੂੰ ਇਲੈਕਟ੍ਰਿਕ ਫੀਲਡ ਦਾ, ਇਲੈਕਟ੍ਰਿਕ ਫੀਲਡ ਅਪਲਾਈ ਕਰ ਦੋਗੇ। ਜੇ ਤੁਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰ ਰਹੇ ਹੋ ਨਾ, ਉਹਨੂੰ ਤਾਂ ਬੋਲਦੇ ਹੋ ਇਲੈਕਟ੍ਰੋ। ਦੇਖੋ ਇਲੈਕਟ੍ਰੋ ਦਾ ਮਤਲਬ ਕੀ ਹੈ, ਚਾਰਜ। ਚਾਰਜ ਜੋ ਪਾਰਟੀਕਲ ਹੋਣਗੇ ਉਹ ਕੀ ਹੋਣਗੇ, ਮੂਵ ਹੋਣਗੇ। ਉਹ ਮੂਵ ਹੋਣਗੇ ਅੰਡਰ ਦਾ ਇਲੈਕਟ੍ਰਿਕ ਫੀਲਡ, ਉਸ ਨੂੰ ਆਪਾਂ ਬੋਲਦੇ ਹਾਂ ਇਲੈਕਟ੍ਰੋਫੋਰੇਸਿਸ। ਫਿਰ ਮੈਂ ਕੈਟਾਫੋਰੇਸਿਸ ਕਿਹਨੂੰ ਕਹੂੰਗਾ, ਪਹਿਲਾਂ ਵਾਲੇ ਜੋ ਆਪਾਂ 올ਡ ਸਮੇਂ ਦੀ ਗੱਲ ਕਰੀਏ, ਉਦੋਂ ਕੀ ਹੁੰਦਾ ਸੀ, ਜਿੰਨੇ ਵੀ ਤੁਹਾਡੇ ਕੋਲੇ ਸੋਲੂਸ਼ਨ ਹੁੰਦਾ ਸੀ ਕੋਲਾਈਡਲ ਸੋਲਾਂ ਆਲਮੋਸਟ ਨੈਗੇਟਿਵ ਚਾਰਜ ਵਾਲੇ ਹੁੰਦੇ ਸੀ। ਕਿਹੜੇ ਹੁੰਦੇ ਸੀ, ਨੈਗੇਟਿਵ ਚਾਰਜ ਵਾਲੇ। ਤਾਂ ਉਹ ਸਾਰੇ ਹੀ ਜਿੰਨੇ ਵੀ ਨੈਗੇਟਿਵ ਚਾਰਜ ਵਾਲੇ ਪਾਰਟੀਕਲ ਹੁੰਦੇ ਸੀ ਕੋਲਾਈਡਲ ਪਾਰਟੀਕਲ, ਉਹ ਸਾਰੇ ਹੀ ਕੈਥੋਡ ਇਲੈਕਟ੍ਰੋਡ ਦੇ ਵੱਲ ਜਾ ਰਹੀ ਸੀ। ਮਤਲਬ ਜਦੋਂ ਇਲੈਕਟ੍ਰਿਕ ਫੀਲਡ ਤਾਂ ਉਹਨੂੰ ਪ੍ਰੋਵਾਈਡ ਕਰ ਰਹੇ ਹਾਂ ਆਪਾਂ, ਬਟ ਉਹ ਸਾਰੇ ਹੀ ਕੈਥੋਡ ਵੱਲ ਜਾ ਰਹੇ ਨੇ। ਕੈਥੋਡ ਵੱਲ ਜਾ ਰਹੇ ਨੇ ਤਾਂ ਉਹਨੂੰ ਫਿਰ ਉਦੋਂ ਨਾਮ ਹੀ ਕੈਥੋਡ ਵਾਲਾ ਦੇ ਦਿੱਤਾ ਸੀ, ਜਿਹਨੂੰ ਕੀ ਕਹਿ ਰਹੇ ਆਪਾਂ, ਕੈਟਾਫੋਰੇਸਿਸ। ਕੈਟਾ ਦਾ ਵਰਡ ਜਿਹੜਾ ਕੈਟਾ ਵਰਡ ਨੇ ਕੈਥੋਡ ਤੋਂ ਆਇਆ। ਕੈਟਾਫੋਰੇਸਿਸ ਕਿਹਾ ਜਾਂਦਾ ਸੀ ਜਦੋਂ ਆਪਣੇ ਕੋਲੇ ਸਾਰੇ ਨੈਗੇਟਿਵ ਚਾਰਜ ਕੈਥੋਡ ਵੱਲ ਜਾ ਰਹੇ ਨੇ, ਠੀਕ ਹੈ। ਦੇਖੋ ਹੁਣ ਅੱਜ ਦੇ ਟਾਈਮ ਦੇ ਵਿੱਚ ਕੀ ਹੈ, ਹੁਣ ਤੁਹਾਡੇ ਕੋਲੇ ਜੋ ਕੋਲਾਈਡਲ ਪਾਰਟੀਕਲ ਮੇ ਵੀ ਨੈਗੇਟਿਵ ਚਾਰਜ ਵਾਲੇ ਹੋਣ, ਮੇ ਵੀ ਪੋਜ਼ਿਟਿਵ ਚਾਰਜ ਵਾਲੇ ਹੋਣ। ਦੈਨ ਅੰਡਰ ਫਿਰ ਆਪਾਂ ਜੋ ਇਲੈਕਟ੍ਰਿਕ ਫੀਲਡ ਗੱਲ ਕਰੀਏ, ਦੈਨ ਮੇ ਵੀ ਉਹ ਕਿਸ ਦੇ ਵੱਲ ਜਾ ਸਕਦੇ ਨੇ, ਦੋਨੋਂ ਇਲੈਕਟ੍ਰੋਡ ਵੱਲ ਜਾ ਸਕਦੇ ਨੇ, ਮੇ ਵੀ ਪੋਜ਼ਿਟਿਵ ਨੈਗੇਟਿਵ, ਐਨੋਡ ਜਾਂ ਕੈਥੋਡ। ਤਾਂ ਫਿਰ ਉਹਨੂੰ ਆਪਾਂ ਕਹਿ ਦਿੱਤਾ ਇਲੈਕਟ੍ਰੋਫੋਰੇਸਿਸ, ਠੀਕ ਹੈ। ਮੈਨੇ ਇਹ ਤਾਂ ਡੈਫੀਨੇਸ਼ਨ ਹੋ ਗਈ। ਮੈਂ ਇੱਥੇ ਨਾ 3 ਪੁਆਇੰਟ ਲਿਖੇ ਹੈ, ਇਹ 3 ਪੁਆਇੰਟ ਜੀ ਤੁਸੀਂ ਸਮਝ ਲਏ। ਜੇ ਇਹ ਤਿੰਨੇ ਪੁਆਇੰਟ ਤੁਸੀਂ ਨੇ ਸਮਝ ਲਏ ਤਾਂ ਸਮਝ ਲਓ ਤੁਹਾਡਾ ਇਲੈਕਟ੍ਰੋਫੋਰੇਸਿਸ ਹੋਇਆ ਚਾਹੇ ਕੈਟਾਫੋਰੇਸਿਸ ਹੋਇਆ ਪੂਰਾ ਕਲੀਅਰ ਹੈ। ਇਸ ਦੀ ਨਾ ਡਾਇਆਗ੍ਰਾਮ ਦੇਖਣ ਦੀ ਵੀ ਜ਼ਰੂਰਤ ਨਹੀਂ ਪਏਗੀ, ਵੈਸੇ ਆਪਾਂ ਦੇਖਣਾ ਸਾਰਾ ਕੁਝ ਹੈ। ਦੇਖੋ ਕਹਿੰਦੇ ਐਗਜ਼ਿਸਟੈਂਸ ਆਫ ਇਲੈਕਟ੍ਰਿਕ ਚਾਰਜ ਕੈਨ ਬੀ ਸ਼ੋਨ ਬਾਈ ਇਲੈਕਟ੍ਰੋਫੋਰੇਸਿਸ। ਹੁਣ ਤੁਹਾਨੂੰ ਪਤਾ ਹੈ, ਕਹਿੰਦੇ ਐਗਜ਼ਿਸਟੈਂਸ ਦਾ ਮਤਲਬ, ਹੁਣ ਤੁਹਾਡੇ ਕੋਲੇ ਕੋਲਾਈਡਲ ਪਾਰਟੀਕਲ ਨੇ, ਕੋਲਾਈਡਲ ਸੋਲ ਹੈ, ਤੁਹਾਨੂੰ ਨਹੀਂ ਪਤਾ ਕਿ ਇਹਨਾਂ ਦੇ ਉੱਪਰ ਚਾਰਜ ਕਿਹੜਾ ਹੈ, ਚਾਰਜ ਹੈ ਵੀ ਹੈ ਜਾਂ ਨਹੀਂ ਹੈ, ਤਾਂ ਤੁਸੀਂ ਉਹਨੂੰ ਕਿਵੇਂ ਸ਼ੋ ਕਰੋਗੇ, ਤੁਸੀਂ ਇਲੈਕਟ੍ਰੋਫੋਰੇਸਿਸ ਨਾਲ ਸ਼ੋ ਕਰੋਗੇ। ਹੁਣ ਇਹ ਉਹਦੀ ਪ੍ਰੋਪਰਟੀ ਹੈ। ਮਤਲਬ ਕੀ ਹੈ ਇਸਦਾ, ਮੇਰੇ ਕੋਲੇ ਕੀ ਹੈ, ਇੱਕ ਕੋਲਾਈਡਲ ਸੋਲ ਦੇ ਪਾਰਟੀਕਲ ਨੇ, ਮੈਨੂੰ ਨਹੀਂ ਪਤਾ ਇਹਨਾਂ ਦੇ ਉੱਪਰ ਕੋਈ ਚਾਰਜ ਹੈ ਜਾਂ ਨਹੀਂ ਹੈ, ਮੈਨੂੰ ਨਹੀਂ ਪਤਾ ਇਹਨਾਂ ਦੇ ਉੱਪਰ ਕੋਈ ਚਾਰਜ ਹੈ ਜਾਂ ਨਹੀਂ ਹੈ। ਦੈਨ ਮੈਂ ਕੀ ਕਰਿਆ ਨਾ, ਮੈਂ ਇੱਥੇ ਇਲੈਕਟ੍ਰੋ ਲਗਾ ਦਿੱਤੇ, ਠੀਕ ਹੈ। ਮੈਂ ਇਹਨੂੰ ਕੀ ਦੇ ਦਿੱਤਾ, ਕਰੰਟ ਦੇ ਦਿੱਤਾ ਇਸ ਤਰ੍ਹਾਂ, ਠੀਕ ਹੈ। ਮੈਂ ਇੱਥੇ ਕੀ ਲਗਾ ਦਿੱਤੇ, ਇਲੈਕਟ੍ਰੋਡ ਲਗਾ ਦਿੱਤੇ। ਇਸ ਤਰ੍ਹਾਂ ਮੇਰੇ ਕੋਲ ਕੋਈ ਸੋਲੂਸ਼ਨ ਸੀ। ਤਾਂ ਜਸਟ ਆਪਾਂ ਨੇ ਕੀ ਕਰਨਾ ਨਾ, ਜਦੋਂ ਇਲੈਕਟ੍ਰਿਕ ਫੀਲਡ ਇੱਥੇ ਪੈਦਾ ਹੋ ਜਾਏਗਾ ਤਾਂ ਇਹਨਾਂ ਦੇ ਵਿੱਚੋਂ, ਜੇ ਤਾਂ ਇਲੈਕਟ੍ਰੋਫੋਰੇਸਿਸ ਹੈ ਦੈਨ ਇਹਦੇ ਵਿੱਚੋਂ ਇਹ ਮੰਨ ਲਓ ਨੈਗੇਟਿਵ, ਇਹ ਮੰਨ ਲਓ ਪੋਜ਼ਿਟਿਵ ਹੈ, ਤਾਂ ਜਿੰਨੇ ਵੀ ਇਹਨਾਂ ਦੇ ਵਿੱਚ ਪੋਜ਼ਿਟਿਵ ਚਾਰਜ ਹੋਏਗਾ ਉਹ ਤਾਂ ਇਸ ਇਲੈਕਟ੍ਰੋਡ ਦੇ ਉੱਪਰ ਆ ਚਲੇ ਜਾਣਗੇ। ਐਂਡ ਜੋ ਨੈਗੇਟਿਵ ਚਾਰਜ ਵਾਲੇ ਹੋਣਗੇ ਇਸ ਇਲੈਕਟ੍ਰੋਡ ਦੇ ਉੱਪਰ ਜਾ ਕੇ ਕੀ ਹੋ ਜਾਣਗੇ,
ਰਿਟੇਨ ਹੋ ਜਾਣਗੇ। ਦੈਨ ਤੁਸੀਂ ਕਹਿ ਸਕਦੇ ਹੋ ਹਾਂਜੀ ਸਾਡੇ ਕੋਲਾਈਡਲ ਸੋਲ ਕੋਲੇ ਤਾਂ ਚਾਰਜ ਹੈ, ਸਾਡੇ ਕੋਲਾਈਡਲ ਪਾਰਟੀਕਲ ਤਾਂ ਚਾਰਜਡ ਪਾਰਟੀਕਲ ਨੇ। ਇਸ ਤਰ੍ਹਾਂ ਤੁਸੀਂ ਦੱਸ ਸਕਦੇ ਹੋ। ਇਹ ਰਹੀ ਇਹਦੀ ਪ੍ਰੋਪਰਟੀ। ਆਈ ਥਿੰਕ ਸਮਝ ਲੱਗ ਗਿਆ ਹੋਏਗਾ। ਨੰਬਰ 2 ਦੂਸਰੀ ਪ੍ਰੋਪਰਟੀ ਕਹਿੰਦੇ ਹੁਣ ਆਪਾਂ ਨੂੰ ਇਹ ਵੀ ਤਾਂ ਪਤਾ ਲੱਗ ਗਿਆ ਨਾ ਕਿ ਜਿਹੜੇ ਇੱਧਰ ਵਾਲੇ ਪਾਰਟੀਕਲ ਆਏ ਨੇ ਉਹ ਤਾਂ ਕਿਹੜੇ ਚਾਰਜ ਨੇ, ਉਹ ਤਾਂ ਪੋਜ਼ਿਟਿਵਲੀ ਚਾਰਜ ਨੇ। ਜਿਹੜੇ ਇਸ ਵਾਲੇ ਇਲੈਕਟ੍ਰੋਡ ਦੇ ਕੋਲ ਆਏ ਨੇ ਉਹ ਕਿਹੜੇ ਨੇ, ਨੈਗੇਟਿਵਲੀ ਚਾਰਜ ਨੇ। ਦੈਨ ਦੇਖੋ ਜੋ ਕੋਲਾਈਡਲ ਪਾਰਟੀਕਲ ਹੁੰਦੇ ਨੇ ਨਾ ਉਹਨਾਂ ਦਾ ਕੀ ਹੁੰਦਾ, ਚਾਰਜ ਸੇਮ ਹੁੰਦਾ ਨਾ, ਉਹਨਾਂ ਦਾ ਚਾਰਜ ਕੀ ਹੁੰਦਾ, ਸੇਮ ਹੁੰਦਾ। ਜਾਂ ਤਾਂ ਉਹ ਇਸ ਵਾਲੇ ਇਲੈਕਟ੍ਰੋਡ ਕੋਲੇ ਜਾਣਗੇ ਜਾਂ ਫਿਰ ਉਹ ਇਸ ਵਾਲੇ ਇਲੈਕਟ੍ਰੋਡ ਕੋਲੇ ਜਾਣਗੇ। ਡਿਪੈਂਡ ਕਰਦਾ ਕਿਹੜਾ ਆਪਾਂ ਕੋਲਾਈਡਲ ਸੋਲ ਲੈ ਰਹੇ ਹਾਂ। ਇੱਕ ਚਾਰਜ ਹੁੰਦਾ, ਕੋਈ ਵੀ ਕੋਲਾਈਡਲ ਪਾਰਟੀਕਲ ਲੈ ਲਓ, ਉਹਦੇ ਕੋਲ ਜਾਂ ਤਾਂ ਨੈਗੇਟਿਵ ਚਾਰਜ ਹੋਏਗਾ, ਪੋਜ਼ਿਟਿਵ ਹੋਏਗਾ, ਜਾਂ ਫਿਰ ਨੈਗੇਟਿਵ ਹੋਏਗਾ। ਦੋਨਾਂ 'ਚ ਇੱਕ ਚਾਰਜ ਹੋਏਗਾ। ਦੈਨ ਫਿਰ ਆਪਾਂ ਉਹਦੀ ਨੇਚਰ ਵੀ ਤਾਂ ਪਤਾ ਕਰ ਸਕਦੇ ਹਾਂ, ਇਹ ਉਹਦੀ ਪ੍ਰੋਪਰਟੀ ਹੋ ਗਈ ਹੈ। ਇਹੀ ਤਾਂ ਇੱਥੇ ਲਿਖਿਆ ਹੋਇਆ ਕਹਿੰਦੇ ਨੇਚਰ ਆਫ ਕੋਲਾਈਡਲ ਪਾਰਟੀਕਲ ਕੈਨ ਬੀ ਫਾਈਂਡ ਬਾय ਇਲੈਕਟ੍ਰੋਫੋਰੇਸਿਸ। ਤੁਸੀਂ ਇਲੈਕਟ੍ਰੋਫੋਰੇਸਿਸ ਕਰੋ, ਤੁਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰੋ, ਤੁਹਾਨੂੰ ਨਾ ਨੇਚਰ ਪਤਾ ਲੱਗ ਜਾਏਗੀ ਕੋਲਾਈਡਲ ਪਾਰਟੀਕਲ ਕੋਲੇ ਪੋਜ਼ਿਟਿਵ ਚਾਰਜ ਹੈ ਜਾਂ ਨੈਗੇਟਿਵ ਚਾਰਜ ਹੈ। ਆਈ ਥਿੰਕ ਸਮਝ ਲੱਗ ਗਿਆ ਹੋਏਗਾ। ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ। ਇਸ ਦੇ ਨਾਲ ਤੁਸੀਂ ਪ੍ਰੋਪਰਟੀ ਹੈ ਕਿ ਇਹਦੀ ਕੋਲਾਈਡਲ ਸੋਲ ਦੀ ਇੱਕ ਪ੍ਰੋਪਰਟੀ ਹੈ, ਠੀਕ ਹੈ, ਇਹ ਪ੍ਰੋਪਰਟੀ ਹੈ। ਅੱਛਾ ਥਰਡ ਪੁਆਇੰਟ ਕੀ ਹੈ ਫਿਰ, ਇਹ ਵੀ ਇੰਪੋਰਟੈਂਟ ਹੈ। ਦੋ ਤਾਂ ਹੋ ਗਏ, ਦੋ ਪ੍ਰੋਪਰਟੀ। ਦੇਖੋ ਕਹਿੰਦੇ ਇਟ ਇਨਵੋਲਵ ਦਾ ਮੂਵਮੈਂਟ ਆਫ, ਕਿਹਦੀ ਮੂਵਮੈਂਟ ਹੋ ਰਹੀ ਹੈ, ਆਫ ਕੋਲਾਈਡਲ ਪਾਰਟੀਕਲ ਟੂਵਰਡਸ वन और अनदर इलैक्ट्रोड अंडर द इन्फ्लुएंस इलैक्ट्रिक फील्ड सेम ही हो गया। ये तो आप कर ही लिया ना कि हाँ जी इत्थे मूवमेंट हो रही है कोलाइडल पार्टिकल दी टूवर्ड वन और अनदर इलैक्ट्रोड अंडर द इन्फ्लुएंस ऑफ इलैक्ट्रिक फील्ड। बिल्कुल ठीक है, बिल्कुल ठीक है। चलो फिर नैक्सट समझ आया ना, समझ आया हुण तां मैनूं लगदा समझ आ रहा होएगा। मैं थोड़ा जिहा डायग्राम ना देखियो, बस समझण दी कोशिश करो। ये नहीं कमेंट करना कि सर इन्नी जो ड्राइंग है इन्नी गंदी क्यों की है, कोई गल नहीं। देखो पॉइंट इत्थे अपना समझना है, ठीक है। आपां इत्थे कोई ड्राइंग की क्लास नहीं चल रही है, ठीक है। देखो कहते आपां ने एक तरह का मैंने की लिया ना, इस तरह का बीकर लिया, मैं इस तरह का बीकर लिया जिहदे विच मैंने की पाया इस तरह के कोलाइडल पार्टिकल ने, बट मैंने ना हले इलैक्ट्रोफोरेसिस नहीं की है। मैं सारा कुछ लगा दिता, मान लो इत्थे मैंने की वगैरह भी लगा ली सी, ठीक है। इस तरह मैंने कोई की लगा ली सी, हले मैंने पुट नहीं किया, ठीक है। बिफोर इलैक्ट्रोफोरेसिस की है वो सारे कोलाइडल पार्टिकल ना अंडर दिस ट्यूब सारे इस तरह रहने, यू शेप्ड ट्यूब है ना एक तरह की, इस दे विच रहणगे। एंड मैंने इसनूं बिल्कुल इत्थे वायर वगैरह सारा कुछ सैट कर लिया, बट मैंने ना हले इनू इलैक्ट्रोफोरेसिस मतलब चार्ज नहीं मिलिया। ਜਦੋਂ ਇਸ ਨੂੰ ਚਾਰਜ ਨਹੀਂ ਮਿਲਿਆ ਦੈਨ ਮੈਂ ਕਿਵੇਂ ਦੱਸ ਸਕਦਾ ਇਹਨਾਂ ਪਾਰਟੀਕਲ ਕੋਲੇ ਚਾਰਜ ਹੈ ਜਾਂ ਨਹੀਂ ਹੈ, ਕਿ ਇਹਨਾਂ ਦੀ ਨੇਚਰ ਕਿਹੜੀ ਹੈ, ਠੀਕ ਹੈ, ਕਿ ਇਹ ਮੂਵ ਕਰਨਗੇ ਜਾਂ ਨਹੀਂ ਕਰਨਗੇ, ਕੁਝ ਨਹੀਂ ਕਹਿ ਸਕਦੇ। ਬਟ ਜਸਟ ਆਫਟਰ ਇਲੈਕਟ੍ਰੋਫੋਰੇਸਿਸ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ। ਹਾਂਜੀ ਇੱਕ ਇੱਥੋਂ ਦੇਖੋ ਮੈंने ਇੱਥੇ ਨੈਗੇਟਿਵ ਲਗਾਇਆ ਨਾ, ਨੈਗੇਟਿਵ मतलब कैथोड, ਨੈਗੇਟਿਵ मतलब कैथोड ਦੇ ਉੱਪਰ ਜਾ ਰਹੇ ਨੇ ਸਾਰੇ ਹੀ ਨੈਗੇਟਿਵ ਚਾਰਜ ਨੇ, ठीक है। यही तो बोलिया सी ये वाला इनू आपां की बोल रहे हैं, कैटाफोरेसिस बोल रहे हैं। इनू आपां की बोल रहे हैं, कैटाफोरेसिस बोल रहे हैं, क्योंकि सारे नैगेटिवली चार्ज किहदे कोले आ गए, सॉरी पॉजिटिवली चार्ज किहदे कोले आ गए, नैगेटिव कोल आ गई, कैथोड कोले आ गई। इनू आपां की बोल रहे हैं कैटाफोरेसिस बोल रहे हैं। समझो इस पॉइंट को। एंड देखो डिपेंड करता ना किहड़े चार्ज ने, मे भी इस कोले आ जाते तो आपां इनू की बोल देंगे नैगेटिवली चार्ज पार्टिकल बोल देंगे, फिर आपां नू की बोलांगे इलैक्ट्रोफोरेसिस कॉमन नेम यूज़ करांगे। समझ आया। इस तरह देखो सारे पार्टिकल इस टाइप इकट्ठे हो गए कि मैं झुंड बना लिया, कहते असीं तां इहदे कोले जाना है, इहदे नाल की हो गया हेट हो गया, इहदे नाल की हो गया लव हो गया, है ना। एक तरह के सारे पार्टिकल इत्थे इकट्ठे हो गए। देखो ये सिंपल जा कंसैप्ट है, समझ लिया तो सारे कोई भी क्वेश्चन आ जाए ईजिली अटैम्प्ट होंगे। समझ आया। नैक्सट टॉपिक देखो इस तो बाद इनू सी कह लो, बी हो गया ना अपना, इनू सी कह लो। सी की है कहते इलैक्ट्रो ऑसमोसिस की होंगी है, ये ना कुछ ज़्यादा नहीं है समझण वाला। मैं थोड़ा जस्ट डायग्राम तो या डेफिनेशन तो ही आप सारा समझ लवांगे। कहते इन दिस फिनोमिनन हुण देखो उत्थे की हो रहा सी, देखो सारे पार्टिकल मूव कर रहे सी किहदे, ਆਪਾਂ एक कोलाइडल पार्टिकल की गल कर रहे हैं कि पार्टिकल मूव कर रहे हैं, ठीक है, ओके। बट जो आप गल करिए डिस्पर्शन मीडियम तो डिस्पर्स्ड फेज की, कहते इन दिस फिनोमिनन मॉलिक्यूल ऑफ डिस्पर्शन मीडियम आर अलाउड टू मूव। उन्होंने तो अलाउ किया जाता है, उन्होंने तो धक्का किया जाता है कि हाँ जी तुसीं मूव करो, अगे जाओ अंडर द इन्फ्लुएंस ऑफ इलैक्ट्रिक फील्ड। वेयर एज ਜਿਹੜੇ ਕੋਲਾਈਡਲ ਪਾਰਟੀਕਲ ਨੇ ਡੂ ਨਾਟ ਅਲਾਉਡ ਟੂ ਮੂਵ, ਉਹਨਾਂ ਨੂੰ ਨਹੀਂ ਮੂਵ ਕਰਨ ਦਿੱਤਾ ਜਾ ਰਿਹਾ। ਉਹ ਤਾਂ ਕਹਿੰਦੇ ਤੁਸੀਂ ਤਾਂ ਘਰ ਰਹੋ, ਬਾਕੀ ਸਾਰੇ ਕੰਮ ਤੇ ਜਾਓ, ਇਸ ਤਰ੍ਹਾਂ ਕਿਹਾ ਜਾ ਰਿਹਾ। ਜਿਹੜੇ ਪਾਰਟੀਕਲ ਨੇ ਕਿਹੜੇ ਕੋਲਾਈਡਲ ਪਾਰਟੀਕਲ ਨੇ ਉਹ ਤਾਂ ਘਰ ਬੈਠੇ ਆਰਾਮ ਕਰ ਰਹੇ ਨੇ, ਠੀਕ ਹੈ। ਬਟ ਜਿਹੜੇ ਕੀ ਨੇ ਆਪਣੇ ਕੋਲ डिस्पर्शन मीडियम के पार्टिकल है वो सारे जा रहे हैं बाहर अंडर द इन्फ्लुएंस ऑफ इलैक्ट्रिक फील्ड, ठीक है, किसी फोर्स के अकॉर्डिंग। फोर्स के करके वो सारे किहदे कोल जाणगे अंडर द इन्फ्लुएंस ऑफ इलैक्ट्रिक फील्ड करके सारे ही इलैक्ट्रोड कोले चले जाएंगे। बट इलैक्ट्रोड नहीं कहोगे, बट हाँ मूव करनगे। आप इत्थे इलैक्ट्रिक फील्ड तो लगा रहे हैं, आप इलैक्ट्रोड की गल नहीं की, आप इत्थे आप ये कह के मूव करनगे, अपना
मोटिव की है, सारे पार्टिकल डिस्पर्शन मीडियम ਦੇ मूव ਕਰਨਗੇ। ठीक है, मूव करनगे इन द सेंस मतलब इनू फिनोमिनन ਨੂੰ मैं की कहूँगा इलैक्ट्रो ऑसमोसिस। ऑसमोसिस वर्ड समझते हो ना, आर ओ लग्या ਹੁੰਦਾ ਸਭ ਦੇ ਘਰੇ, ਉਹਨੂੰ ਆਪਾਂ आर ओ क्यों बोलते हैं, रिवर्स ऑसमोसिस। एक ਤਾਂ ਹੁੰਦਾ प्रोसैस ऑसमोसिस, ਉੱਥੇ उलट प्रोसैस हो रहा, रिवर्स ऑसमोसिस हो रहा, ਇਹਦੇ ਬਾਰੇ ਵੀ ਆਪਾਂ ਕਦੇ डिस्कस करांगे। देखो ये वाला प्रोसैस ਹੁੰਦਾ, ਇਹ मैंने की लगाया एक तरह के अपरेटस ਜਿਹਾ लिया, ਇਹਦੇ ਵਿੱਚ इस तरह का एक मैंने ना बेकर ਜਾਂ मान लो या कुछ भी मान लो, ये मैंने कोलाइडल सोल पाया हुआ है, कोलाइडल सोल पाया हुआ है, इतने मैंने एक कार्क लगा दिता, इतने ना मैंने दोनों साइड की लगा दिता, दोनों साइड मैंने मैंबरेन लगा दी कि सैमी परमीएबल मैंबरेन, जिथों सिर्फ किहड़े पार्टिकल लंघ सकते हैं, जिथों सिर्फ डिस्पर्शन मीडियम के पार्टिकल लंघ सकते हैं, जिस तरह के वाटर बाहर आ गया, बट कोलाइडल पार्टिकल डू नॉट अलाउ टू मूव, वो उत्थे ही रह गए। ਇਹਦੇ ਵਿੱਚੋਂ ਪਾਣੀ देखो डिस्पर्शन मीडियम अलग हो गया, डिस्पर्शन मीडियम अलग हो गया, कला कोलाइडल सोल के पार्टिकल बच गए विदाउट एनी डिस्पर्शन मीडियम। समझ आई, डिस्पर्शन मीडियम तो बिना सिर्फ कोलाइडल सोल बच गया, आप डिस्पर्शन मीडियम ਨੂੰ भी ਵੱਖ कर दिता, वाटर देखो बाहर कढ़ लिया। इस तरह मैं ना आ जो इतने पाइप लगाई हुई, इस तरह मैं इनू वाटर ਨੂੰ बाहर कढ़ सकदा, इस तरह मैं वाटर ਨੂੰ बाहर कढ़ सकदा, एंड ये वाटर है, ये सैमी परमीएबल मैंबरेन, इतने सारे कोलाइडल सोल इकट्ठे हो गए। समझ आ गया। इलैक्ट्रो ऑसमोसिस क्या आ जाता है, इलैक्ट्रो ऑसमोसिस, ऑसमोसिस का मतलब यही होंगे ना, जो तो अपने को छोटे पार्टिकल होंगे वो तो सैमी परमीएबल मैंबरेन चो बाहर हो जाएंगे, बाकी अंदर रह जाएंगे, क्योंकि ये तो सैमी परमीएबल मैंबरेन के विचों लंघ ही नहीं सकते, इसलिए तो आप सैमी परमीएबल मैंबरेन का यूज़ किया। अदरवाइज आप इतने छाननी भी यूज़ कर सकते सी, ठीक है ना, बट आप सैमी परमीएबल मैंबरेन यूज़ कर रहे हैं, क्योंकि आपने कोलाइडल पार्टिकल तो मूव ही नहीं कराना, आप तो सिर्फ डिस्पर्शन मीडियम में मूव करवाना है। समझ आई, समझ आया तो एक बार लाइक बटन को हिट कर देना, ठीक है, वधिया जा एक स्माइल भेजनी है सब ने जे समझ आ रहा है टॉपिक, ठीक है। चलो नेक्स्ट, कोआगुलेशन एंड फ्लक्चुएशन और प्रेसिपिटेशन, तीन नाम आ गए ने, तीन नाम बट इको ही है, इन्हां च कोई डिफरेंस नहीं है। हाँ बट हाँ थोड़ा जा डिफरेंस है, एक लेवल होएगा, हर एक का आपको अपना लेवल होएगा। इनू कोआगुलेशन किसी पर्सनल परपज़ लिए कहांगे, इनू अलग परपज़ होएगा, ये कॉमन है। प्रेसिपिटेशन कॉमन, चलो देखते हैं कोआगुलेशन एंड फ्लक्चुएशन एंड प्रेसिपिटेशन किवें। देखो कहते अच्छा मैं थोड़ा सीधा दस दिना, देखो सस्पेंशन किया सब ने पहले लैक्चर के जरूर देखना, वो आप सस्पेंशन किया, ट्रू सोल्यूशन किया तो कोलाइडल पार्टिकल किए, जेडे पार्टिकल वड्डे आ इन द सेंस प्रेसिपिटेट बन गए, जेडे आ जिन्होंने आप ठीक है नेकड आई नाल देख सकते हैं, अंडर माइक्रोस्कोप देख सकते हैं, जिन्होंने तुम ईजिली की कर सकते हो ना, देख सकते हो सोल्यूशन के नीचे बैठ जाते हैं, उन्होंने आप की बोलते हैं सस्पेंशन, ठीक है, उन्होंने ही की बोलते हैं सस्पेंशन नूं आप प्रेसिपिटेट भी बोलते हैं, क्यों नीचे बैठ जाते हैं प्रेसिपिटेट, जो वड्डे हो गए पार्टिकल काफ़ी ज़्यादा वड्डा साइज बन गया ना, वो नीचे बैठ जाता है, वही तो गल है, यही तो प्रॉपर्टी है। जे मैं थोड़ा कहा कोआगुलेशन भी की हो जाता ना, पार्टिकल वड्डा हो जाता है, एग्रीगेट हो गए, कोलाइडल पार्टिकल इकट्ठे हो जाते हैं, जिन्हें भी ना मैं थोड़ा दिखा देना थोड़ा जा, ये लो कहते ना पार्टिकल की होए इकट्ठे हो रहे, ये मेरे को कोलाइडल पार्टिकल नहीं, इस तरह मैं इन्होंने इकट्ठे करी जाना, इकट्ठे करे इस तरह करता गया, मेरे को एक वड्डा पार्टिकल बन गया, एक हो गया पीपीटी बन गया, पीपीटी बन गया तो ये सोल्यूशन के नीचे बैठ जाएगा, इसी तरह दूसरा होएगा वो भी नीचे बैठ जाएगा, एग्रीगेशन हो रही है, एग्रीगेशन हो गया, फिर की हो रहा है इन्हों का की हो रहा, नीचे बैठ रहे हैं, इसमें मैं की बोलदा कोआगुलेशन। समझ आई, कोआगुले अच्छा फिर फ्लक्चुएशन का मतलब की है, कोआगुलेशन का मतलब की है, समझो हूँ यही तो समझना अपने। देखो इट इज़ अ प्रोसैस ऑफ एग्रीगेशन टुगैदर द कोलाइडल पार्टिकल सो एज टू चेंज दैम इनटू लार्ज साइज। समझ आई, कहते वो प्रोसैस है जिथे एग्रीगेशन हो रही है टुगैदर कोलाइडल पार्टिकल की, तां करके की होया वो चेंज हो गई इंटू के बड़े पार्टिकल दे विच अल्टीमेटली सैटल एज अ प्रेसिपिटेट, जेडे एक प्रेसिपिटेट के रूप च थले बैठ जाएंगे। समझ आई, सिंपल डेफिनेशन। चलो पॉइंट देखते हैं, देखो दो पॉइंट लिखे ने, एक थर्ड भी आएगा, डन बाय एडिशन ऑफ इलैक्ट्रोलाइट। जो भी तुसी कोआगुलेशन करनी है, फ्लक्चुएशन करनी है, प्रेसिपिटेशन करनी है, ऑलवेज तुसी की करोगे कोलाइडल सोल दे विच इलैक्ट्रोलाइट पा दोगे, थोड़ी की हो जाएगी ना पार्टिकल की न्यूट्रलाइजेशन। हुण थोनू ये भी मैं दस देना क्यों होंदी है, हुण थोनू पता है जी जो मैं एक की लै रहा कोलाइडल पार्टिकल लै रहा, मैं थोनू दस चुकिया जां तां इहदे उपर पॉजिटिव चार्ज होएगा जां फिर नैगेटिव चार्ज होएगा, ये तो डिपेंड करता है, क्योंकि कोलाइडल पार्टिकल दे हर एक पार्टिकल का सेम साइज सेम चार्ज होंदा ना, सेम चार्ज होंदा, जां फिर की हो सकता है नैगेटिव भी हो सकता है, ये नैगेटिव ये आले दुआले भी नैगेटिव 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 इकट्ठा, पॉजिटिव पॉजिटिव इकट्ठा। समझ आई, तां तां एक दूजे नूं रिपेल करनगे, फिर इकट्ठे नहीं होणगे, सस्पेंशन नहीं होगी। बट जे मैं एक कोलाइडल सोल दे विच इलैक्ट्रोलाइट पा देवां, इलैक्ट्रोलाइट की करेगा, इलैक्ट्रोलाइट की करेगा, एक नैगेटिव चार्ज भी दे देगा, एक नैगेटिव चार्ज भी दे देगा, ये तो अपोजिट चार्ज वाला मैं जी पावां तो फिर पॉजिटिव तो नैगेटिव की हो जाएंगे, न्यूट्रलाइज हो जाएंगे,
न्यूट्रलाइज हो जाएंगे तो फिर न्यूट्रलाइज की हो गया, चार्ज कैंसल हो जाएंगे तो की हो जाएगी इन्हों की सस्पेंशन हो जाएगी, सस्पेंशन हो गई तो फिर की हो गया उन्होंने पीपीटी बन जाएंगे, जो पीपीटी बन गई तो की हो गया वो नीचे बैठ जाएंगे। यही तो प्रोसैस है। इलैक्ट्रोलाइट पा दिता, न्यूट्रलाइजेशन हो गई, सस्पेंशन हो गई, पीपीटी बन गए, नीचे बैठ जाएंगे। समझ आई? इसे ही तरह मैं इत्थे लिखिया कहते डन बाय एडिशन ऑफ इलैक्ट्रोलाइट, जे मैं उन्होंने कोआगूलेशन कर रहा, जे उन्होंने मैं प्रेसिपिटेट बना रहा तो मैं इलैक्ट्रोलाइट पा दूंगा ना, सिंपल तरीके नाल उन्होंने की हो जाएगी कोआगूलेशन हो जाएगी, या मैं उन्होंने फ्लक्चुएशन बोलूँगा, वो किते डिपेंड करेगा। वो देखो थर्ड पॉइंट, वैन स्मॉल अमाउंट ऑफ इलैक्ट्रोलाइट एडड, जे तो मैं थोड़ी जी पाऊँगा इलैक्ट्रोलाइट, मैं बहुत थोड़े जे पाए, मतलब मेरे को बहुत घट है इलैक्ट्रोलाइट, मैं सोचा कि मैं इन्हू फिर दोबारा मैंने यूज़ कर सकता इसनू, तां करके मैं थोड़ा जिहा इलैक्ट्रोलाइट पाया। ठीक है, जे तो मैं थोड़ा जिहा इलैक्ट्रोलाइट पा के उहदे विच की कर रहा उसकी मैं पीपीटी बना रहा, फिर उस पीपीटी प्रेसिपिटेशन मैं एक पर्टिकुलर नाम दूंगा फ्लक्चुएशन, उसमें मैं की कहूँगा फ्लक्चुएशन कहूँगा। बट जे मैं हायर कंसनट्रेशन यूज़ कर ली, देखो पॉइंट अगला, जे मैं उत्थे फिर हायर कंसनट्रेशन यूज़ कर ली फ्लक्चुएशन प्रोसैस में अच्छा ये भी एक प्रोसैस आ गया, कहते जो फ्लक्चुएशन प्रोसैस कैन भी रिवर्स जस्ट बाय चेकिंग, जो मेरे को प्रेसिपिटेट बन गए ने जिथे मैंने इलैक्ट्रोलाइट बहुत ही घट क्वांटिटी के विच पाया सी ना, उन्होंने मैं जस्ट जे मैं वधिया तरीके नाल शेक करूँगा, उन्होंने मैं हिलाऊंगा सोल्यूशन को, दैन अगेन मेरे को हो जाएगा कोलाइडल पार्टिकल बन जाएंगे एंड प्रेसिपिटेट सॉरी जो इलैक्ट्रोलाइट है वो अलग हो जाएगा। ठीक है ना, मतलब समझ रहे हो ना, दोबारा की कर सकता मैं उस प्रोसैस को जस्ट शेकिंग के नाल मैं दोबारा कोलाइडल सोल प्रिपेयर कर सकता, बट एक ही हो गया रिवर्सिबल प्रोसैस हो गया। बट एट कोआगूलेशन की होंगे टेक्स प्लेट एट हाई कंसनट्रेशन कैन नॉट बी रिवर्स, समझ रहे हो ना, जे तुम कुछ ज़्यादा ही इलैक्ट्रोलाइट यूज़ कर रहे हो, मान लो थोड़े को इलैक्ट्रोलाइट ही बहुत है तो तुम सोचा जी आप इन्ना यूज़ भी कर लवेंगे तो की फर्क पैंदा है ना, तो की हो रहा तुमने इलैक्ट्रोलाइट काफ़ी ज़्यादा पा दिता, इलैक्ट्रोलाइट जो पा दिता ना तो बहुत ही वधिया तरीके नाल कोआगूलेशन हो गई, बहुत ही वधिया तरीके नाल अजिही कोआगूलेशन हो गई, जे तुम शेक वगैरह भी कर रहे हो ना प्रेसिपिटेट तो प्रेसिपिटेट ही रहणगे, हुण दोबारा उन्होंने की नहीं होना, कोलाइडल सोल प्रिपेयर नहीं होना, मतलब कैन नॉट बी रिवर्सड। समझ आई? चलो फिर नैक्सट पॉइंट, एक होंदा हार्डी स्कुलजे ला, एक होंदा हार्डी स्कुलजे ला होंदा, इनू भी समझ लैने ये ही आ जाता है, इसे पॉइंट के आ जा कोआगूलेशन के की होंदा इत्थे ना, हुण एक क्वांटिटी नू आपां इत्थे की कर देवांगे ना, डिफाइन कर रहे हैं किवें क्वांटिटी ऑफ इलैक्ट्रोलाइट विच इज़ रिक्वायर्ड टू, हुण देखो कहते जां तां तुसीं लो कर रहे हो इलैक्ट्रोलाइट की कंसनट्रेशन लो लै रहे हो जां हाई लै रहे हो, इनू आप डिफाइन किवें करांगे, फिर एक इत्थे हार्डी स्कूल जे इंसान सी, एक साइंटिस्ट सी जिन्हें की कीता ना एक डेफिनेशन दे दी, ये ऑब्जरवेशन सी है जो मैं लिखिया हुआ है ना, ये ऑब्जरवेशन है, इन्हें ऑब्जर्व किया कि मैं कहते क्वांटिटी ऑफ इलैक्ट्रोलाइट विच इज़ रिक्वायर्ड टू कोआगूलेट करना चाहते हो एक कोलाइडल सोल को, कितनी अमाउंट रिक्वायर्ड एक इलैक्ट्रोलाइट की। ठीक है, कोआगूलेट ए डेफिनेट अमाउंट ऑफ कोलाइडल सोल्यूशन, एक डेफिनेट अमाउंट ऑफ कोलाइडल सोल्यूशन को कोआगूलेट करने लई कितनी क्वांटिटी चाहिए है इलैक्ट्रोलाइट की, किहते डिपेंड करती है वैलेंसी ऑफ कोआगूलेशन आइन, किहते डिपेंड करती है वैलेंसी ऑफ कोआगूलेशन आइन ते डिपेंड करती है। ये पॉइंट को समझो मैं की बोल रहा, कहते जे तुसी एक डेफिनेट अमाउंट ऑफ कोलाइडल सोल्यूशन को तुसी कोआगूलेट करना चाहते हो, दैन कितनी क्वांटिटी चाहिए है, कितनी क्वांटिटी चाहिए है थोनों किसे, कितनी क्वांटिटी चाहिए इलैक्ट्रोलाइट की जी रिक्वायर्ड है टू कोआगूलेट एक डेफिनेट अमाउंट ऑफ कोलाइडल सोल्यूशन डिपेंड करता जी वैलेंसी ऑफ कोआगूलेशन आइन। हुण मैं तुहानूं दसदा मतलब की इहदा, मैं तुहानूं दसदा इहदा मतलब की है, देखो कहते ना थोड़े को कोलाइडल सोल ने, मान लो कोलाइडल सोल ने थोड़े को, ठीक है ये चीज़ है कोलाइडल सोल है, मान लो एजू सोल है मेरे को, एजू सोल है, गोल्ड सोल है मेरे को है ना, गोल्ड सोल है, ये कितनी क्वांटिटी है पहले तो ये चीज़ नोट की जाऊगी, ये कितनी क्वांटिटी है ना, उस तो बाद ये मैं इलैक्ट्रोलाइट कितना पा रहा, फिर वो क्वांटिटी किते डिपेंड करेगी, वो क्वांटिटी किते डिपेंड करेगी जिन्ना कोलाइडल पार्टिकल ने कोआगूलेट होना है उन्हां दी वैलेंसी ते, उन्हां दी वैलेंसी कितनी है, उन्हां दी वैलेंसी कितनी है जिन्नी, फिर उन्हां की इलैक्ट्रोलाइट पावांगे, सिंपल जी गल है, कोई एक्सट्रा पाने की जरूरत है, मेरे को मान लो कुछ अमाउंट है इन्हां दी, ठीक है फिक्स कर लो किसी यदि अमाउंट एंड उन्होंने वैलेंसी चेक कर लूँगा मैं कितनी है, फिर उसकी वैलेंसी के अकॉर्डिंग मैं इलैक्ट्रोलाइट पा दूंगा, मैंने एक्सट्रा पाने की जरूरत है, जे मेरे को मान लो ठीक है मैं 10 ml पा रहा इस इलैक्ट्रोलाइट, जे उन्ना मैं इस पार्टिकल 10 ml के नाल मैं इन्हू कोआगूलेट कर सकदा अकॉर्डिंग टू वैलेंसी, दैन फिर मैं क्यों पाऊँगा इतने 15 ml या मैं क्यों पाऊँगा 20 ml, मैंने जरूरत ही नहीं है, तो मैं डेफिनेट अमाउंट कर ली ना, हुण मैंने पता लग गया अकॉर्डिंग टू हार्डी स्कुलजे ला की कह रहा, कहते क्वांटिटी मेजर कर लो, सॉरी
ਵੈਲੈਂਸੀ ਦੇਖ ਲਓ, ਕੋਆਗੂਲੇਸ਼ਨ ਆਇਨ ਜਿਨ੍ਹਾਂ ਨੇ ਕੋਆਗੂਲੇਟ ਹੋਣਾ ਹੈ ਉਹਨਾਂ ਆਇਨ ਦੀ ਨਾ ਵੈਲੈਂਸੀ ਨੋਟ ਕਰ ਲਓ, ਉਹ ਤੇ ਡਿਪੈਂਡ ਕਰਦੀ ਹੈ ਇੱਕ ਇਲੈਕਟ੍ਰੋਲਾਈਟ ਦੀ ਕੁਆਂਟੀਟੀ ਕਿੰਨੀ ਹੋਣੀ ਚਾਹੀਦੀ ਹੈ। ਸਮਝ ਆਈ? ਚਲੋ ਫਿਰ ਨੈਕਸਟ। ਇਸ ਤੋਂ ਬਾਅਦ ਕਹਿੰਦੇ ਨਾ, ਇਸ ਤੋਂ ਬਾਅਦ ਇੰਪੋਰਟੈਂਟ ਪੁਆਇੰਟ, ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ, ਪ੍ਰੋਟੈਕਟਿਵ ਐਕਸ਼ਨ ਆਫ ਲਾਇਓਫਿਲਿਕ ਕੋਲਾਈਡ ਐਂਡ ਗੋਲਡ ਨੰਬਰ। ਸਮਝ, ਆਈ ਥਿੰਕ ਤੁਹਾਨੂੰ ਪਤਾ ਹੋਏਗਾ ਗੋਲਡ ਨੰਬਰ ਤੁਸੀਂ ਬਹੁਤ ਸੁਣਿਆ। ਗੋਲਡ ਨੰਬਰ ਕੀ ਹੁੰਦਾ ਹੈ, ਗੋਲਡ ਨੰਬਰ ਕੀ ਹੁੰਦਾ ਹੈ ਜਾਂ ਪਾਵਰ ਕੀ ਹੁੰਦੀ ਹੈ, ਠੀਕ ਹੈ। ਪ੍ਰੋਟੈਕਟਿਵ ਐਕਸ਼ਨ ਕੀ ਹੁੰਦਾ, ਆਪਾਂ ਹੁਣ ਇੱਥੇ ਗੱਲ ਕਰਾਂਗੇ ਪ੍ਰੋਟੈਕਸ਼ਨ ਦੀ। ਕਿਹਦੀ ਪ੍ਰੋਟੈਕਸ਼ਨ ਕਰਨੀ ਹੈ ਤੁਸੀਂ? ਕੋਲਾਈਡਲ ਸੋਲ। ਕੋਲਾਈਡਲ ਸੋਲ ਮਤਲਬ ਲਾਇਓਫੋਬਿਕ। ਦੇਖੋ ਤੁਸੀਂ ਮੈਨੂੰ ਇੰਨਾ ਕੁ ਤਾਂ ਪਤਾ ਲੱਗ ਹੀ ਚੁੱਕਿਆ, ਤੁਸੀਂ ਸ਼ੁਰੂ ਤੋਂ ਲੈਕਚਰ ਦੇਖ ਰਹੇ ਹੋ, ਤੁਹਾਨੂੰ ਪਤਾ ਲੱਗ ਚੁੱਕਿਆ ਕਿ ਲਾਇਓਫੋਬਿਕ, ਆਲਵੇਜ਼ ਆਪਾਂ ਲਾਇਓਫੋਬਿਕ ਦੀ ਗੱਲ ਕਰਦੇ ਹਾਂ, ਕਿਉਂਕਿ ਲਾਇਓਫਿਲਿਕ ਤਾਂ ਆਪਾਂ ਜਸਟ ਸ਼ੇਕਿੰਗ ਨਾਲ ਪ੍ਰਿਪੇਅਰ ਕਰ ਸਕਦੇ ਹਾਂ। ਜੋ ਲਾਇਓਫੋਬਿਕ ਸੋਲ ਹੁੰਦਾ ਹੈ, ਜੋ ਲਾਇਓਫੋਬਿਕ ਸੋਲ ਹੁੰਦਾ ਹੈ, ਹੁਣ ਦੇਖੋ ਇਹ ਲਾਇਓਫੋਬਿਕ ਸੋਲ ਹੈ ਮੰਨ ਲਓ, ਠੀਕ ਹੈ। ਇਹਦੇ ਵਿੱਚ ਮੈਂ ਇਲੈਕਟ੍ਰੋਲਾਈਟ ਪਾ ਦਿੱਤਾ, ਇਲੈਕਟ੍ਰੋਲਾਈਟ ਪਾਇਆ ਮੈਂ। ਹੁਣ ਮੈਂ ਇਲੈਕਟ੍ਰੋਲਾਈਟ ਪਾਉਣ ਤੋਂ ਬਾਅਦ ਇਹਦੀ ਤਾਂ ਨਿਊਟਰਲਾਈਜੇਸ਼ਨ ਹੋ ਗਈ ਤੇ ਪੀਪੀਟੀ ਬਣ ਜਾਣਗੇ, ਕੋਆਗੂਲੇਸ਼ਨ ਹੋ ਜਾਏਗੀ, ਕੋਆਗੂਲੇਸ਼ਨ ਹੋ ਜਾਏਗੀ ਨਾ। ਬਟ ਉਹ ਤਾਂ ਮੈਨੂੰ ਨਹੀਂ ਚਾਹੀਦੀ, ਕੋਆਗੂਲੇਸ਼ਨ ਤਾਂ ਮੈंने ਨਹੀਂ ਕਰਨੀ। ਮੈਨੂੰ ਤਾਂ ਸੋਲ ਪ੍ਰਿਪੇਅਰ ਕੀਤਾ, ਮੈंने ਤਾਂ ਬੜੀ ਮਿਹਨਤ ਨਾਲ ਸੋਲ ਪ੍ਰਿਪੇਅਰ ਕੀਤਾ, ਮੈਂ ਇਹਦੀ ਕੋਆਗੂਲੇਸ਼ਨ ਨਹੀਂ ਕਰਨਾ ਚਾਹੁੰਦਾ। ਦੈਨ ਫਿਰ ਮੈਂ ਕੀ ਕਰਾਂ ਕਿ ਮੈਂ ਇਲੈਕਟ੍ਰੋਲਾਈਟ ਤਾਂ ਪਾਉਣਾ ਹੀ ਹੈ। ਇਲੈਕਟ੍ਰੋਲਾਈਟ ਮੈਂ ਕਿਉਂ ਪਾਉਣਾ? ਕਿਉਂਕਿ ਇਲੈਕਟ੍ਰੋਲਾਈਟ ਪਾ ਕੇ ਫਿਰ ਮੈਨੂੰ ਪਤਾ ਲੱਗ ਜਾਏਗਾ ਨਾ ਕਿ ਇਲੈਕਟ੍ਰੋਡ ਵਗੈਰਾ ਲਗਾ ਕੇ ਮੈਂ ਚੈੱਕ ਕਰ ਸਕਦਾ ਇਹਦੀ ਨੇਚਰ ਕਿਹੜੀ ਹੈ, ਠੀਕ ਹੈ, ਇਹਦੇ ਉੱਪਰ ਚਾਰਜ ਕਿਹੜਾ ਹੈ। ਮੈਨੂੰ ਇਲੈਕਟ੍ਰੋਲਾਈਟ ਤਾਂ ਪਾਉਣਾ ਪਏਗਾ, ਬਟ ਮੈਂ ਕੋਆਗੂਲੇਸ਼ਨ ਨਹੀਂ ਚਾਹੁੰਦਾ। ਬਟ ਮੈਨੂੰ ਕੋਆਗੂਲੇਸ਼ਨ ਨਹੀਂ ਚਾਹੀਦੀ ਕਿ ਇਹਦੀ ਕੋਆਗੂਲੇਸ਼ਨ ਹੋ ਜਾਵੇ। ਫਿਰ ਮੈਨੂੰ ਕੀ ਫਾਇਦਾ ਹੋਇਆ ਇੰਨਾ ਚੈਪਟਰ ਪੜ੍ਹੇ ਦਾ, ਇੰਨਾ ਚੈਪਟਰ ਕਰੇ ਦਾ, ਜਿਹਦੇ ਨਾਲ ਮੈंने ਸਿੱਖਿਆ ਕਿ ਮੈਂ ਕਿਵੇਂ ਸੋਲ ਪ੍ਰਿਪੇਅਰ ਕਰਨਾ। ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੋਇਆ। ਤਾਂ ਆਪਾਂ ਕੀ ਕਰਾਂਗੇ ਨਾ, ਤਾਂ ਆਪਾਂ ਕੀ ਕਰਾਂਗੇ, ਇਹ ਮੇਰੇ ਕੋਲ ਇੱਕ ਲਾਇਓਫੋਬਿਕ ਹੈ, ਲਾਇਓਫੋਬਿਕ ਸੋਲ ਹੈ, ਠੀਕ ਹੈ। ਮੈंने ਕੀ ਕੀਤਾ, ਇਹਦੇ ਵਿੱਚ ਨਾ ਪਹਿਲਾਂ ਇਲੈਕਟ੍ਰੋਲਾਈਟ ਪਾਉਣ ਤੋਂ ਪਹਿਲਾਂ ਮੈਂ ਇੱਕ ਲਾਇਓਫਿਲਿਕ ਸੋਲ ਪਾ ਦਿੱਤਾ। ਲਾਇਓਫਿਲਿਕ ਸੋਲ ਕਹਿ ਲਓ ਜਾਂ ਲਾਇਓਫਿਲਿਕ ਪਾਰਟੀਕਲ ਕਹਿ ਲਓ, ਇਹਦੇ ਵਿੱਚ ਪਾ ਦਿੱਤੇ। ਉਸ ਤੋਂ ਬਾਅਦ ਮੈंने ਹੁਣ ਲਾਇਓਫਿਲਿਕ ਸੋਲ ਪਾ ਦਿੱਤਾ ਨਾ, ਇਸ ਤਰ੍ਹਾਂ। ਇਹ ਦੇਖੋ ਕੀ ਹੋਇਆ, ਇਹ ਕੀ ਉਹ ਕਰ ਰਿਹਾ ਮੈਂ, ਦੇਖੋ ਇਹ ਮਤਲਬ ਕੀ ਹੈ, ਇਹ ਇਹਦੇ ਅਰਾਊਂਡ ਕੀ ਹੋ ਜਾਣਗੇ, ਚਿਪਕ ਜਾਣਗੇ। ਅਰਾਊਂਡ ਕੀ ਹੋ ਜਾਣਗੇ, ਚਿਪਕ ਜਾਣਗੇ, ਜਿਹਦੇ ਨਾਲ ਹੁਣ ਮੈਂ ਇਲੈਕਟ੍ਰੋਲਾਈਟ ਪਾ ਕੇ ਦੇਖ ਲੈਣਾ। ਹੁਣ ਮੈਂ ਜਦੋਂ ਇਲੈਕਟ੍ਰੋਲਾਈਟ ਪਾਇਆ, ਸਮਝ ਆ ਰਹੀ ਹੈ ਨਾ, ਜਦੋਂ ਮੈਂ ਇਹਦੇ ਵਿੱਚ ਇਲੈਕਟ੍ਰੋਲਾਈਟ ਪਾਇਆ, ਇਲੈਕਟ੍ਰੋਲਾਈਟ ਤਾਂ ਠੀਕ ਹੈ ਅਟੈਕ ਕਰੇਗਾ, ਕਿਉਂ? ਨਿਊਟਰਲਾਈਜੇਸ਼ਨ ਕਰਨੀ ਉਸਨੇ, ਨਿਊਟਰਲਾਈਜੇਸ਼ਨ ਕਰਨੀ ਹੈ ਨਾ ਉਸਨੇ, ਅਟੈਕ ਤਾਂ ਕਰ ਰਿਹਾ, ਇਹ ਅਟੈਕ ਤਾਂ ਕਰੇਗਾ। ਬਟ ਕੀ ਹੋਇਆ, ਇਹ ਵਾਲੇ ਜੋ ਮੈंने ਲਾਇਓਫਿਲਿਕ ਸੋਲ ਪਾਇਆ, ਇਹ ਕੀ ਕਰ ਲੈਣਗੇ, ਇਸ ਨੂੰ ਪ੍ਰੋਟੈਕਟ ਕਰ ਲੈਣਗੇ। ਸਮਝ ਆਇਆ? ਇਹ ਵਾਲੇ ਪਾਰਟੀਕਲ ਇਹਨੂੰ ਕੀ ਕਰ ਲੈਣਗੇ, ਪ੍ਰੋਟੈਕਟ ਕਰ ਲੈਣਗੇ, ਬਚਾ ਲੈਣਗੇ। ਕੀ ਤੋਂ ਬਚਾ ਲੈਣਗੇ? ਇਲੈਕਟ੍ਰੋਲਾਈਟ ਤੋਂ, ਤਾਂ ਕਿ ਇਹਨਾਂ ਦੀ ਕੋਆਗੂਲੇਸ਼ਨ ਨਾ ਹੋ ਜਾਵੇ। ਕਿਹਦੀ? ਲਾਇਓਫੋਬਿਕ ਸੋਲ ਦੀ। ਲਾਇਓਫੋਬਿਕ ਸੋਲ ਦੀ ਕੋਆਗੂਲੇਸ਼ਨ ਨਾ ਹੋ ਜਾਵੇ, ਪ੍ਰੈਸੀਪਿਟੇਟ ਨਾ ਬਣ ਜਾਣ ਕਿਤੇ। ਬਸ ਇਹ ਚੀਜ਼ ਨੂੰ ਬਚਾਉਣ ਦੇ ਲਈ ਮੈंने ਇੱਥੇ ਲਾਇਓਫਿਲਿਕ ਸੋਲ ਪਾ ਦਿੱਤਾ, ਫਿਰ ਇਲੈਕਟ੍ਰੋਲਾਈਟ ਪਾਇਆ, ਕੋਈ ਦਿੱਕਤ ਨਹੀਂ। ਹੁਣ ਮੈਂ ਜਿਵੇਂ ਮਰਜ਼ੀ ਇਹਨੂੰ ਰੱਖ ਸਕਦਾ, ਕੋਈ ਦਿੱਕਤ ਨਹੀਂ ਹੈ। ਮੈंने ਦੇਖੋ ਪ੍ਰੋਟੈਕਸ਼ਨ ਕਰ ਲਈ, ਬਚਾ ਕਰ ਲਿਆ। ਕਿਹਦਾ? ਮੈंने ਇਹਨੂੰ ਬਚਾ ਲਿਆ, ਇਹ ਨਹੀਂ ਚਲਾ ਜਾਂਦਾ, ਇਹ ਨਹੀਂ ਕੀ ਹੋ ਜਾਂਦਾ, ਇਹਦੇ ਪ੍ਰੈਸੀਪਿਟੇਟ ਬਣ ਜਾਂਦੇ। ਮੈਂ ਇਹਨੂੰ ਬਚਾ ਲਿਆ ਨਾ, ਸਮਝ ਰਹੇ ਹੋ, ਮੰਨਦੇ ਹੋ ਨਾ, ਬਚਾ ਲਿਆ ਮੈਂ, ਠੀਕ ਹੈ, ਸਮਝ ਆਇਆ। ਓਕੇ, ਹੁਣ ਸਮਝੋ, ਕਹਿੰਦੇ ਲਾਇਓਫੋਬਿਕ ਕੀ ਹੁੰਦਾ, ਅਨਸਟੇਬਲ ਹੁੰਦਾ। ਤੁਹਾਨੂੰ ਪਤਾ ਅਨਸਟੇਬਲ ਹੁੰਦਾ, ਤਾਂ ਹੀ ਤਾਂ ਆਪਾਂ ਇਹਨੂੰ ਸਪੈਸ਼ਲ ਮੈਥਡ ਨਾਲ ਪ੍ਰਿਪੇਅਰ ਕੀਤਾ। ਜੇ ਇਹ ਸਟੇਬਲ ਹੁੰਦਾ ਫਿਰ ਤਾਂ ਆਪਾਂ ਨੂੰ ਪ੍ਰਿਪੇਅਰ ਕਰਨ ਦੀ ਜ਼ਰੂਰਤ ਹੀ ਨਹੀਂ, ਜਸਟ ਸ਼ੇਕ ਕਰੋ, ਡਿਸਪਰਸ਼ਨ ਮੀਡੀਅਮ ਤੇ ਡਿਸਪਰਸਡ ਫੇਸ ਦਾ ਈਜ਼ੀਲੀ ਆਪਣੇ ਕੋਲੇ ਕੀ ਬਣ ਜਾਂਦਾ, ਕੋਲਾਈਡਲ ਸੋਲ ਬਣ ਜਾਂਦਾ। ਉਹ ਤਾਂ ਚਲੋ ਲਾਇਓਫਿਲਿਕ ਦੇ ਲਈ ਸੀ, ਬਟ ਲਾਇਓਫੋਬਿਕ ਤਾਂ ਅਨਸਟੇਬਲ ਹੁੰਦੇ ਨੇ, ਕਿਉਂਕਿ ਕੀ ਹੁੰਦੇ ਨੇ, ਲਾਇਓਫੋਬਿਕ ਹੁੰਦੇ ਨੇ, ਲਿਕੁਇਡ ਹੀਟਿੰਗ ਹੁੰਦੇ ਨੇ। ਲਾਇਓਫੋਬਿਕ ਅਨਸਟੇਬਲ ਨੇ, ਈਜ਼ੀਲੀ ਕੀ ਹੋ ਜਾਂਦੇ ਨੇ, ਕੋਆਗੂਲੇਟ ਹੋ ਜਾਂਦੇ ਨੇ। ਪਤਾ ਹੈ ਨਾ, ਜੇ ਤੁਸੀਂ ਉਹਨਾਂ ਨੂੰ ਕੁਝ ਟਾਈਮ ਲਈ ਇਸੇ ਤਰ੍ਹਾਂ ਹੀ ਰੱਖ ਦਿੰਦੇ ਹੋ ਨਾ, ਠੀਕ ਹੈ, ਦੈਨ ਉਹ ਕੀ ਹੋ ਜਾਂਦੇ ਨੇ, ਨੀਚੇ ਬੈਠ ਜਾਂਦੇ ਨੇ ਆਇਨ, ਜਿਨ੍ਹਾਂ ਦੇ ਕਿਹੜੇ ਹੁੰਦੇ ਨੇ, ਡਿਸਪਰਸਡ ਫੇਸ ਵਾਲੇ। ਕੋਆਗੂਲੇਸ਼ਨ ਹੋ ਜਾਂਦੀ ਹੈ ਬਾਈ ਐਡਿੰਗ ਇਲੈਕਟ੍ਰੋਲਾਈਟ, ਠੀਕ ਹੈ। ਮੈਂ ਕੀ ਕੀਤਾ, ਬਟ ਬਾਈ ਐਡਿੰਗ ਇਲੈਕਟ੍ਰੋਫਿਲਿਕ ਪਾਰਟੀਕਲ ਟੂ ਦਾ ਲਾਇਓਫੋਬਿਕ। ਜੇ ਮੈਂ ਕੀ ਕੀਤਾ, ਐਡ ਕਰਤੇ ਲਾਇਓਫਿਲਿਕ ਪਾਰਟੀਕਲ ਟੂ ਦਾ ਲਾਇਓਫੋਬਿਕ, ਦੈਨ ਐਡਿੰਗ ਇਲੈਕਟ੍ਰੋਲਾਈਟ, ਦੇ ਡਿਫੀਕਲਟ ਟੂ ਕੋਆਗੂਲੇਟ। ਹੁਣ ਉਹਨਾਂ ਨੂੰ ਕੋਆਗੂਲੇਸ਼ਨ ਕਰਨੀ ਔਖੀ ਹੋ ਗਈ, ਕਿਉਂਕਿ ਮੈंने ਕੀ ਕਰ ਦਿੱਤਾ ਨਾ, ਉਹਨਾਂ ਦੀ ਪ੍ਰੋਟੈਕਸ਼ਨ ਕਰ ਦਿੱਤੀ ਬਾਈ ਐਡਿੰਗ ਲਾਇਓਫਿਲਿਕ ਪਾਰਟੀਕਲ ਟੂ ਦਾ ਲਾਇਓਫੋਬਿਕ ਪਾਰਟੀਕਲ। ਹੁਣ ਮੈਂ ਇਲੈਕਟ੍ਰੋਲਾਈਟ ਤੇ ਐਡ ਕਰ ਰਿਹਾ, ਬਟ ਨਾ ਉਹਨਾਂ ਨੂੰ ਮੈਂ ਬੜੀ ਔਖਾ ਕਰ ਦਿੱਤਾ। ਹੁਣ ਕੋਆਗੂਲੇਸ਼ਨ ਨਹੀਂ ਹੋਣੀ ਉੱਥੇ, ਕੋਆਗੂਲੇਸ਼ਨ ਮੇ ਵੀ ਹੋ ਜਾਵੇ, ਬਟ ਚਾਂਸਸ ਬਹੁਤ ਘੱਟ ਜਾਣਗੇ। ਸਮਝ ਆਈ? ਸਮਝ ਆਇਆ ਤਾਂ ਹਿੱਟ ਕਰ ਦਿਓ ਜੀ ਲਾਈਕ। ਲਾਇਓਫਿਲਿਕ ਸੋਲ ਵਰਕਸ ਐਜ਼ ਅ ਪ੍ਰੋਟੈਕਸ਼ਨ। ਲਾਇਓਫਿਲਿਕ ਸੋਲ ਕੀ ਕਰਨਗੇ, ਵਰਕ ਕਰਨਗੇ ਐਜ਼ ਅ ਪ੍ਰੋਟੈਕਸ਼ਨ ਫॉर ਲਾਇਓਫੋਬਿਕ, ਨਾਟ ਟੂ ਗੈਟ ਕੋਆਗੂਲੇਟ, ਤਾਂ ਕਿ ਉਹਨਾਂ ਦੀ ਕੋਆਗੂਲੇਸ਼ਨ ਨਾ ਹੋ ਜਾਵੇ। ਠੀਕ ਹੈ, ਬਹੁਤ ਹੀ ਸਿੰਪਲ ਟੌਪਿਕ ਹੈ। ਚਲੋ ਨੈਕਸਟ। ਉਸ ਤੋਂ ਬਾਅਦ ਇਹਦਾ ਕਹਿੰਦੇ ਪਰਫੈਕਟ ਹੁਣ ਦੇਖੋ ਇਹ ਤਾਂ ਠੀਕ ਹੈ, ਕਹਿੰਦੇ ਚਲੋ ਠੀਕ ਹੈ, ਆਪਾਂ ਮੰਨ ਲਿਆ
ਕਿ ਹਾਂਜੀ ਤੁਸੀਂ ਨੇ ਇੱਕ ਲਾਇਓਫੋਬਿਕ ਦੇ ਵਿੱਚ ਲਾਇਓਫਿਲਿਕ ਦੇ ਇਸ ਤਰ੍ਹਾਂ ਪਾਰਟੀਕਲ ਪਾ ਦਿੱਤੇ, ਬਟ ਇਹ ਸਾਈਜ਼ ਵੱਡਾ ਹੈ, ਇਹ ਤਾਂ ਮੈਂ ਛੋਟਾ ਦਿਖਾ ਰਿਹਾ, ਬਟ ਤੁਹਾਨੂੰ ਪਤਾ ਆਲਮੋਸਟ ਇਹ ਸੇਮ ਸਾਈਜ਼ ਦੇ ਹੁੰਦੇ ਨੇ, ਇਹ ਤੁਹਾਨੂੰ ਪਤਾ ਹੋਵੇ ਇਹ ਦੋਨੋਂ ਸੇਮ ਸਾਈਜ਼ ਦੇ ਹੁੰਦੇ ਨੇ। ਦੈਨ ਫਿਰ ਆਪਾਂ ਇਸ ਤਰ੍ਹਾਂ ਡੈਫੀਨੇਸ਼ਨ ਨਹੀਂ ਨਾ ਦੇਖ ਸਕਦੇ। ਹੁਣ ਇੱਕ ਤਰ੍ਹਾਂ ਦਾ ਇਹ ਵਾਲਾ ਪਾਰਟੀਕਲ ਕਿਹੜਾ ਲਾਇਓਫੋਬਿਕ ਹੈ, ਇਹ ਮੰਨ ਲਓ ਲਾਇਓਫਿਬਿਕ ਹੈ, ਇਹ ਵੀ ਲਾਇਓ, ਇਸ ਤਰ੍ਹਾਂ ਪ੍ਰੋਟੈਕਸ਼ਨ ਕਿਵੇਂ ਕਰਨਗੇ ਇਹ? ਦੈਨ ਫਿਰ ਇਸ ਤਰ੍ਹਾਂ ਇਹਨੂੰ ਪੂਰਾ ਪ੍ਰੋਟੈਕਟ ਨਹੀਂ ਨਾ ਕਰ ਸਕਦੇ। ਦੈਨ ਆਪਾਂ ਇੱਥੇ ਇੱਕ ਡੈਫੀਨੇਸ਼ਨ ਦੇਵਾਂਗੇ, ਇੱਥੇ ਡੈਫੀਨੇਸ਼ਨ ਦੇਵਾਂਗੇ ਗੋਲਡ ਨੰਬਰ ਦੀ। ਇੱਥੇ ਇੱਕ ਟਰਮ ਇੰਟਰੋਡਿਊਸ ਹੋ ਗਈ ਹੈ ਗੋਲਡ ਨੰਬਰ। ਕਿਵੇਂ? ਆਪਾਂ ਦੇਖੋ ਜੀ, ਦੇਖੋ ਸੌਰੀ ਇੱਥੇ ਹੈ ਨਾ, ਦੇਖੋ gold number of a protective collide, gold number of a protective collide is the minimum weight। ਜਿਹੜਾ ਕਹਿੰਦੇ protective collide gold number ਕਿਹਦੀ ਗੱਲ ਕਰ ਰਿਹਾ ਮੈਂ? gold number ਕਿਹਦਾ ਫਾਈਂਡ ਕਰ ਰਿਹਾ? ਇੱਕ protective collide ਜਿਹਨੂੰ ਮੈਨੇ ਪ੍ਰੋਟੈਕਟ ਕਰਨਾ ਹੈ, ਉਹਦੀ gold number ਦੀ ਗੱਲ ਕਰ ਰਿਹਾ ਮੈਂ, ਠੀਕ ਹੈ ਨਾ? ਸਮਝੋ ਇਸ ਪੁਆਇੰਟ ਨੂੰ, ਪੂਰਾ ਡੈਫੀਨੇਸ਼ਨ ਸਮਝਾਂਗੇ। ਦੇਖੋ gold number of a protective collide is the minimum weight। ਉਹ ਕਹਿੰਦੇ ਜਿਹੜਾ ਗੋਲਡ ਨੰਬਰ, ਮਤਲਬ ਜਿਸ ਤਰ੍ਹਾਂ ਤੁਸੀਂ ਕਹਿ ਦਿੰਦੇ ਹੋ ਸਰ ਬਹੁਤ ਸਾਰੇ ਕੈਂਡੀਡੇਟ ਮਤਲਬ ਉਹਨਾਂ ਦੇ ਪੇਪਰ ਵਗੈਰਾ ਨਹੀਂ ਕਲੀਅਰ ਹੁੰਦੇ ਹੈ ਨਾ, ਤਾਂ ਉਹਨਾਂ ਨੂੰ ਕੀ ਕਹਿ ਦਿੰਦੇ ਆਪਾਂ? ਗੋਲਡਨ ਚਾਂਸ, ਉਹਨਾਂ ਕੋਲੇ ਗੋਲਡਨ ਚਾਂਸ ਹੈ। ਉਸੇ ਹੀ ਤਰ੍ਹਾਂ ਸਮਝੋ ਗੋਲਡ ਨੰਬਰ ਕੋਈ ਇੱਥੇ ਸੋਨੇ ਦਾ ਨੰਬਰ ਨਹੀਂ ਹੈ। ਗੋਲਡ ਨੰਬਰ ਇੱਕ ਅਜਿਹਾ ਨੰਬਰ ਹੈ ਇਹ ਇੱਕ ਕੁਆਂਟਿਟੀ, ਜਿਸ ਤਰ੍ਹਾਂ ਕਿ ਕੁਆਂਟਿਟੀ ਮੇਜ਼ਰ ਕਰਦੇ ਹੋ ਨਾ ਤੁਸੀਂ, ਜਿਸ ਤਰ੍ਹਾਂ ਕਿ 10 mg 10 ਗ੍ਰਾਮ 20 ਗ੍ਰਾਮ, ਉਸੇ ਹੀ ਤਰ੍ਹਾਂ ਕਿ ਨਾ ਗੋਲਡ ਨੰਬਰ ਇੱਥੇ ਸੋਨੇ ਦਾ ਨੰਬਰ ਨਹੀਂ ਹੈ। ਗੋਲਡ ਨੰਬਰ ਇੱਥੇ ਇੱਕ ਤਰ੍ਹਾਂ ਸਮਝੋ ਕਿ ਬਹੁਤ ਹੀ ਸਪੈਸ਼ਲ ਨੰਬਰ ਹੈ, ਬਹੁਤ ਹੀ ਸਪੈਸ਼ਲ ਨੰਬਰ ਹੈ, ਠੀਕ ਹੈ? ਪਹਿਲੀ ਗੱਲ ਪੁਆਇੰਟ ਕਲੀਅਰ ਕਰੋ, ਕਿਤੇ ਇਹਨੂੰ ਸੋਨੇ ਦਾ ਨੰਬਰ ਨਾ ਸਮਝ ਲੈਣਾ, ਠੀਕ ਹੈ ਨਾ? ਗੋਲਡ ਨੰਬਰ ਆਫ ਏ ਪ੍ਰੋਟੈਕਟਿਵ ਕੋਲਾਈਡ, ਜਿਹੜਾ ਕੋਲਾਈਡ ਹੈ ਜਿਹਨੂੰ ਤੁਸੀਂ ਪ੍ਰੋਟੈਕਟ ਕਰਨਾ, ਉਹਦਾ ਇੱਕ ਨੰਬਰ ਹੈ। ਕਿ ਕਿਹੜਾ ਨੰਬਰ ਹੈ? ਉਹਨੂੰ ਮੈਂ ਇੱਕ ਮਿਨੀਮਮ ਵੇਟ ਕਹਿ ਰਿਹਾ, ਮਿਨੀਮਮ ਕੁਆਂਟਿਟੀ ਕਹਿ ਰਿਹਾ ਆਫ ਇਟ, ਉਹਦੀ ਇਨ ਮਿਲੀਗ੍ਰਾਮ ਦੇ ਵਿੱਚ, ਜਿਸ ਤਰ੍ਹਾਂ ਕਿ 10 ਗ੍ਰਾਮ 20 ਗ੍ਰਾਮ, which must be added to 10 ml of standard red gold sol, ਜਿਹਨੂੰ ਮੈਂ ਐਡ ਕਰਨਾ 10 ml of standard red gold sol ਦੇ ਵਿੱਚ, so that ਕੋਈ ਵੀ coagulation of gold sol ਦੀ ਨਾ ਹੋਵੇ। ਸਮਝ ਆਇਆ? ਦੇਖੋ ਇੱਥੇ ਜੋ ਕੋਲਾਈਡਲ ਪਾਰਟੀਕਲ ਕੌਣ ਹੈ? ਗੋਲਡ ਸੋਲ ਹੈ। गोल्ड ਦੀ ਹੀ मैंने सोल ਲਈ ਹੈ, ਇੱਥੇ ਉਲਝ ਨਾ ਜਾਇਓ। गोल्ड सोल मैंने ਕੀ ਲਿਆ? ਕੋਲਾਈਡਲ ਸੋਲ ਲਿਆ। ਉਹਦਾ ਇੱਕ ਨੰਬਰ ਹੋਏਗਾ, ਉਹਦੇ ਨੰਬਰ ਨੂੰ ਮੈਂ ਅੱਛਾ ਇਹਦੀ ਕੁਆਂਟਿਟੀ ਨਹੀਂ ਹੋਏਗੀ, ਉਹ ਇਲੈਕਟ੍ਰੋਲਾਈਟ ਦੀ ਕੁਆਂਟਿਟੀ ਹੋਏਗੀ ਜਾਂ ਫਿਰ ਲਾਇਓਫਿਲਿਕ ਦੀ ਕੁਆਂਟਿਟੀ ਹੋਏਗੀ। ਗੋਲਡ ਨੰਬਰ ਉਹ ਇੱਕ ਪ੍ਰੋਟੈਕਟਿਵ ਕੋਲਾਈਡ ਦਾ ਇਹਨੂੰ ਇਹ ਕਿਹਾ ਜਾਏਗਾ। ਗੋਲਡ ਨੰਬਰ ਹੋਏਗਾ ਇੱਕ ਕੋਲਾਈਡਲ ਪਾਰਟੀਕਲ ਦਾ, ਬਟ ਵੇਟ ਕਿਹਦਾ ਹੋਏਗਾ? ਉਹ ਕਿਹਦਾ ਹੋਏਗਾ ਵੇਟ? ਲਾਇਓਫਿਲਿਕ ਸੋਲ ਦਾ। ਮੈਂ ਸਮਝਾਉਂਗਾ ਡਾਇਗ੍ਰਾਮ ਦੇ ਨਾਲ। ਗੋਲਡ ਸੋਲ ਦਾ ਕੀ ਹੋਏਗਾ? ਇੱਕ ਗੋਲਡ ਨੰਬਰ ਹੋਏਗਾ ਆਫ ਪ੍ਰੋਟੈਕਟਿਵ ਕੋਲਾਈਡ ਇਜ਼ ਦਾ ਮਿਨੀਮਮ ਵੇਟ ਹੋਏਗਾ 1 ਮਿਲੀਗ੍ਰਾਮ ਦੇ ਵਿੱਚ, ਜਿਹੜਾ ਆਪਾਂ ਐਡ ਕਰਾਂਗੇ 10 ml ਆਫ ਸਟੈਂਡਰਡ ਰੈੱਡ ਗੋਲਡ ਸੋਲ। ਜੋ 10 ml ਲਊਂਗਾ ਮੈਂ ਇੱਕ ਕੋਲਾਈਡਲ ਸੋਲ ਪਾਰਟੀਕਲ ਲਊਂਗਾ ਤਾਂ ਕਿ ਉਹਦੀ ਕੋਆਗੂਲੇਸ਼ਨ ਨਾ ਹੋਵੇ ਆਫ ਗੋਲਡ ਸੋਲ। ਟੇਕਸ ਪਲੇਸ ਵੈਨ 1 ml ਆਫ 10% ਸੋਡੀਅਮ ਕਲੋਰਾਈਡ ਸੋਲਿਊਸ਼ਨ। 10% ਸੋਡੀਅਮ ਸਮਝਦੇ ਨਾ, ਆਪਾਂ ਨੇ ਕੀ ਪਾਤਾ? 10 ml ਪਾਤਾ ਆਪਾਂ ਨੇ ਸੋਡੀਅਮ ਕਲੋਰਾਈਡ ਇਨ ਵਾਟਰ। ਉਹਦਾ ਵੀ ਮੈਂ ਕਹਾਂ 1 ml ਲੈ ਰਿਹਾ, ਠੀਕ ਹੈ? ਇਜ਼ ਰੈਪਿਡਲੀ ਐਡਡ ਟੂ ਇਟ, ਜਦੋਂ ਉਹਦੇ ਵਿੱਚ ਮੈਂ ਐਡ ਕਰ ਦੂੰ। ਹੁਣ ਮੈਂ ਤੁਹਾਨੂੰ ਸਮਝਾਉਣਾ ਡਾਇਗਰਾਮੈਟਿਕਲੀ ਕਿਵੇਂ ਸਮਝਾਂਗੇ ਇਸ ਨੂੰ, ਕਿਵੇਂ ਸਮਝਾਂਗੇ। ਦੇਖੋ ਜੀ ਇਹਨੂੰ ਕਿਵੇਂ ਸਮਝੋਗੇ ਤੁਸੀਂ। ਕਹਿੰਦੇ ਮੈਂ ਇੱਕ ਬੀਕਰ ਲਿਆ ਐਜ਼ ਯੂਜ਼ੁਅਲ, ਠੀਕ ਹੈ? ਇੱਕ ਬੀਕਰ ਲਿਆ, ਇਹਦੇ ਵਿੱਚ ਮੇਰੇ ਕੋਲੇ ਗੋਲਡ ਸੋਲ ਹੈ, ਇੱਕ ਪਾਰਟੀਕਲ ਹੈ। ਸਮਝਣ ਦੇ ਲਈ ਡਾਇਗਰਾਮ ਬਣਾ ਰਹੇ ਆਪਾਂ। ਇਹਨੂੰ ਮੈਂ ਕੀ ਲੈ ਰਿਹਾ? ਗੋਲਡ ਸੋਲ, ਮਤਲਬ ਕੀ ਹੈ? ਇਹ ਕੋਲਾਈਡਲ ਪਾਰਟੀਕਲ ਹੈ ਜਿਹਨੂੰ ਮੈंने ਬਚਾਉਣਾ ਹੈ, ਠੀਕ ਹੈ? ਕੋਲਾਈਡਲ ਪਾਰਟੀਕਲ ਹੈ, ਓਕੇ। ਇਹ ਰਹੋ, ਥੋੜਾ ਜਿਹਾ ਵਧੀਆ ਕਰ ਦਿੱਤਾ। ਇਸ ਤੋਂ ਬਾਅਦ ਕਹਿੰਦੇ ਗੋਲਡ ਨੰਬਰ ਕਿਹੜਾ ਹੋਏਗਾ? ਗੋਲਡ ਨੰਬਰ ਇੱਕ ਪ੍ਰੋਟੈਕਟਿਵ ਕੋਲਾਈਡ, ਇਹਦਾ ਹੋਏਗਾ ਗੋਲਡ ਨੰਬਰ ਹੋਏਗਾ ਤਾਂ ਇਹਦਾ, ਬਟ ਇਹਦੇ ਲਈ ਕਿਸੇ ਹੋਰ ਦੀ ਕੁਆਂਟਿਟੀ ਨੂੰ ਆਪਾਂ ਡਿਫਾਈਨ ਕਰ ਰਹੇ ਹਾਂ। ਕਿਵੇਂ? ਦੇਖੋ ਮੈਂ ਇਹਦੇ ਵਿੱਚ ਕੀ ਪਾਉਣਾ? ਲਾਇਓਫਿਲਿਕ ਪਾਰਟੀਕਲ ਪਾਉਣਾ ਨਾ, ਮੈਂ ਕੁਆਂਟਿਟੀ ਇਹਦੀ ਦੱਸ ਰਿਹਾ। ਇਸ ਦੇ ਲਈ ਇਹਦੀ ਕੁਆਂਟਿਟੀ ਮੈਂ ਕਿੰਨੀ ਰੱਖੂੰਗਾ, ਉਹਨੂੰ ਮੈਂ ਇਹਦਾ ਗੋਲਡ ਨੰਬਰ ਬੋਲ ਰਿਹਾ। ਕਿਵੇਂ? ਦੇਖੋ ਇੱਕ ਗੋਲਡ ਨੰਬਰ ਆਫ ਪ੍ਰੋਟੈਕਟਿਵ ਕੋਲਾਈਡ ਇਜ਼ ਦਾ ਮਿਨੀਮਮ ਵੇਟ ਆਫ ਕਿਹਦਾ? ਮਿਨੀਮਮ ਵੇਟ ਆਫ ਇਟ ਇਨ ਮਿਲੀਗ੍ਰਾਮ ਵਿਚ ਕੈਨ ਬੀ ਐਡਡ ਟੂ। ਕਿਹਦੇ ਵਿੱਚ ਐਡ ਕਰ ਰਿਹਾ ਮੈਂ? ਇਹਨੂੰ ਮੈंने ਕਿੰਨਾ ਲਿਆ? ਇਹਨੂੰ ਮੈंने ਲਿਆ 10 ml। ਇਹਨੂੰ ਮੈंने ਕਿੰਨਾ ਲਿਆ? 10 ml। ਐਂਡ ਮੈਂ ਜੋ ਮਿਲੀਗ੍ਰਾਮ ਦੇ ਵਿੱਚ ਵੇਟ ਲੈ ਰਿਹਾ, ਜਿਹਨੂੰ ਮੈਂ ਗੋਲਡ ਨੰਬਰ ਬੋਲ ਰਿਹਾ, ਉਹ ਕਿਹਦਾ? ਉਹ ਲਾਇਓਫਿਲਿਕ ਪਾਰਟੀਕਲ ਦਾ, ਠੀਕ ਹੈ? ਇਹਦੇ ਵਿੱਚ ਮੈਂ ਐਡ ਕੀਤਾ 10 ml ਦੇ ਵਿੱਚ 10 ml ਮੈंने ਗੋਲਡ ਸੋਲ ਲਿਆ, ਉਹਦੇ ਵਿੱਚ mg ਮਿਲੀਗ੍ਰਾਮ ਦੇ ਵਿੱਚ ਕਿੰਨਾ ਲਾਇਓਫਿਲਿਕ ਪਾਰਟੀਕਲ ਪਾਊਂਗਾ,
ਉਹਨੂੰ ਮੈਂ ਇਹਦਾ ਗੋਲਡ ਨੰਬਰ ਬੋਲਣਾ, ਉਹਨੂੰ ਮੈंने ਇਹਦਾ ਕੋਲਾਈਡਲ ਪਾਰਟੀਕਲ ਦਾ ਜਿਹਨੂੰ मैंने 10 ml ਹੈ ਉਹਦਾ ਮੈਂ ਗੋਲਡ ਨੰਬਰ ਬੋਲੂੰਗਾ। ਵੇਟ ਇਹਦਾ ਹੋਏਗਾ, ਇਹਦਾ ਵੇਟ ਇਹਦੇ ਲਈ ਕਿੰਨਾ ਪਾਊਂਗਾ ਉਹਨੂੰ ਮੈਂ ਕੀ ਕਹੂੰਗਾ, ਇਸ ਦਾ ਹੀ ਗੋਲਡ ਨੰਬਰ ਕਹੂੰਗਾ। ਐਂਡ ਇਸ ਤੋਂ ਬਾਅਦ ਕੀ ਕਿਹਾ ਗਿਆ, ਇਹਦੇ ਵਿੱਚ ਮੈਂ ਇਲੈਕਟ੍ਰੋਲਾਈਟ ਵੀ ਤਾਂ ਪਾਉਣਾ, ਇਹਦੇ ਵਿੱਚ ਮੈंने ਇਲੈਕਟ੍ਰੋਲਾਈਟ ਵੀ ਤਾਂ ਪਾਉਣਾ, ਤਾਂ ਹੀ ਤਾਂ ਫਿਰ ਇਹਦੀ ਕੀ ਹੋਏਗੀ ਨਾ, ਇਲੈਕਟ੍ਰੋਲਾਈਟ ਤਾਂ ਪਾਉਣਾ ਹੀ ਆਪਾਂ ਨੇ ਬਾਅਦ ਦੇ ਵਿੱਚ। ਉਹ ਕਿੰਨਾ ਹੋਏਗਾ, ਉਹ ਹੋਏਗਾ 1 ml ਹੋਏਗਾ ਆਫ 10% ਸੋਡੀਅਮ, 10% ਸੋਡੀਅਮ ਕਲੋਰਾਈਡ ਦਾ, 10% ਆਫ ਸੋਡੀਅਮ ਕਲੋਰਾਈਡ ਇਹਦੇ ਵਿੱਚ ਮੈਂ ਰੈਪਿਡਲੀ ਪਾ ਦੂੰਗਾ ਤਾਂ ਮੇਰੇ ਕੋਲ ਕੀ ਹੋ ਜਾਏਗਾ, ਉਸ ਨੂੰ ਮੈਂ ਗੋਲਡ ਨੰਬਰ ਕਹੂੰਗਾ। ਸਮਝ ਆਇਆ, ਸਮਝੋ ਧਿਆਨ ਦੇ ਨਾਲ। ਇੱਕ ਮੈंने ਗੋਲਡ ਸੋਲ ਲਿਆ, ਗੋਲਡ ਸੋਲ ਕੋਲਾਈਡਲ ਪਾਰਟੀਕਲ ਹੈ, ਕਿੰਨਾ 10 ml ਮਿਲਿਆ, 10 ml ਦੇ ਲਈ 10 ml ਦੇ ਲਈ ਕਿੰਨਾ mg ਮੈਂ ਸੋਲੂਸ਼ਨ ਪਾਊਂਗਾ ਲਾਇਓਫਿਲਿਕ ਦਾ, ਉਹਨੂੰ ਮੈंने ਇਹਦਾ ਕੋਲਾਈਡਲ ਪਾਰਟੀਕਲ ਦਾ ਗੋਲਡ ਨੰਬਰ ਕਹਿਣਾ ਹੈ। ਇਨ ਐਡੀਸ਼ਨ ਇਲੈਕਟ੍ਰੋਲਾਈਟ ਪਾਊਂਗਾ 10 ml ਆਫ 10% ਆਫ NaCl, 1 ml ਆਫ 10% Cl। ਸਮਝ ਆਇਆ, ਬਹੁਤ ਹੀ ਸਿੰਪਲ ਜਿਹਾ ਟੌਪਿਕ ਹੈ, ਜਸਟ ਡੈਫੀਨੇਸ਼ਨ ਸਮਝ ਲਓ। ਕਈ ਵਾਰੀ ਨਾ ਇਹ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ, ਕਈ ਵਾਰੀ ਇਹ ਪੁੱਛਿਆ ਜਾਂਦਾ ਕਿ ਇਹਨੂੰ ਆਪਾਂ mg 'ਚ ਲੈ ਰਹੇ ਹਾਂ, ਇਹਨੂੰ ਇਹ ਕਿੰਨਾ ਹੁੰਦਾ ਹੈ, ਠੀਕ ਹੈ, ਮਤਲਬ ਪ੍ਰੋਸੈਸ ਜਿਹਾ ਹੁੰਦਾ ਕਈ ਵਾਰੀ। ਇਸ ਦੇ ਉੱਤੇ ਨਾ ਕਾਫੀ ਸਾਰੇ ਕੁਐਸਚਨ ਆਉਣਗੇ ਵੀ, ਮੈਂ ਦੱਸੂਗਾ। देखो मैं कुछ एग्जाम्पल दी ने, गोल्ड नंबर की 0.005 तो लैके 0.01 होंगे की जैलेटिन के लिए गोल्ड सोल जैलेटिन है, ਇਹਦਾ गोल्ड सोल है, बट जैलेटिन तो अपने इतने 10 ml लेना, ये फिर नंबर की है, लायोफिलिक सोल है, लायोफिलिक जिहदे नाल तुसीं प्रोटैक्शन कर रही है ना, ਉਹਦੀ अमाउंट है इन mg, ये काहदे विच है 10 ml। समझ आया, चलो इसे तरह हीमोग्लोबिन के लिए होंगे। समझ आया तो दस देना जी, हथ खड़े कर देना। इमल्शन, बस ये लास्ट टॉपिक है इमल्शन। ये इमल्शन इज अ कोलाइडल डिस्पर्शन इन विच बोथ डिस्पर्स्ड फेज ते डिस्पर्शन मीडियम आर लिक्विड। हुण तुहानूं पता है इमल्शन की हुंदा है, लिक्विड इन लिक्विड, लिक्विड इन लिक्विड देखिया सी ना की हुंदा है, इमल्शन हुंदा है ऑयल इन वाटर, वाटर इन ऑयल, ठीक है, कोई फैट इन ऑयल, फैट इन वाटर, बहुत सारे एग्जाम्पल ने इमल्शन दी है ना। इसनूं आपां देखेंगे प्रिपेयर किवें करना, ये तो चलो हो गया। प्रेपरेशन देख लो, प्रेपरेशन देख लो, कहते ए पॉइंट स्ट्रोंगली शेकिंग द मिक्सचर ऑफ 2 लिक्विड। मैं 2 लिक्विड ले, उन्होंने बड़ी जोर के नाल मैं शेक कर रहा, मेरा मिक्सचर ऑफ 2 लिक्विड, या फिर की कर सकदा बाय पासिंग थ्रू ए कोलाइडल मिल। एक कोलाइडल मिल होंदी है, उत्थे जो मैं 2 लिक्विड पाऊँगा तो बड़ी वधिया तरीके नाल शेक होणगे, जिन्हां नाल की हो जाएगा, इमल्शन प्रिपेयर हो जाएगा। इमल्शन नूं आपां की बोलते हैं, कोलाइडल सोल बोलते हैं। ध्यान रखियो, एक की हुंदा कोलाइडल सोल ही हुंदा, एक कोलाइडल सोल ही हुंदा, बट ये लायोफिलिक हुंदा, ये लायोफिलिक हुंदा, ठीक है ना। समझिए इस पॉइंट नूं, इत्थे लायोफोबिक नहीं हुंदा, जस्ट शेकिंग दे करके तुहाडे कोले कोलाइडल सोल बन रहा है, फिर लायोफोबिक तो कह ही नहीं सकते ना, लायोफोबिक तो कह ही नहीं सकते आपां। चलो कहते स्ट्रोंगली शेकिंग की, या फिर तुसीं थ्रू कोलाइडल मिल चले जाओ, इनू की बोलते हैं होमोजिनाइजर, इनू की बोलिया जाता वर्ड होमोजिनाइजर, नोट कर लो। या तो शेक कर लो या फिर कोलाइडल मिल दे लै जाओ, उन्होंने बस शेक करना स्ट्रोंगली। मोटिव की है, स्ट्रोंगली शेक करना मिक्सचर नूं ऑफ 2 लिक्विड, उन्होंने की बोलांगे होमोजिनाइजर। उस तो बाद सैकेंड पॉइंट बी, टू गैट अ स्टेबल इमल्शन, जे तुसीं स्टेबल इमल्शन लेना चाहते हो, एडिड स्टेबलाइजर पाओगे ना, वो कुछ स्टेबलाइजर पाओगे, उन्होंने फिर जो कि स्टेबलाइजर होएगा उन्होंने मैं की कहूँगा इमल्सीफायर, उन्होंने मैं इमल्सीफायर जो इमल्शन बना रहा है, जिहदी हेल्प नाल इमल्शन हो रही है, उन्होंने आपां की बोलांगे इमल्सीफायर। टू गैट अ स्टेबल इमल्शन ऐड करांगे ना स्टेबलाइजर, इमल्सीफायर हो जाएगा। समझ आई, चलो नेक्स्ट लास्ट पॉइंट, बिल्कुल लास्ट, इस तो जस्ट आप आफ्टर MCQ शुरू करने हैं। टाइप ऑफ इमल्शन की हुंदा है, ऑयल इन वाटर हो सकता है। ऑयल इन वाटर का मतलब की है, इत्थे ऑयल की है डिस्पर्स्ड फेस है, एंड इत्थे वाटर की है डिस्पर्शन मीडियम है। जरूरी नहीं है, कोई भी हो सकता है, इत्थे जरूरी नहीं है, ठीक है ना। होर बहुत सारे एग्जाम्पल आउणगियां, जिस तरह के वैनिशिंग क्रीम, ठीक है, वैनिशिंग क्रीम हो सकता है, कोल्ड क्रीम हो सकता है, वाटर हो सकता है, ठीक है, बहुत सारे एग्जाम्पल ने। उत्थे डिस्पर्स्ड जो ऑयल डिस्पर्स्ड फेस होंगे वो घट अमाउंट च होंगे, डिस्पर्शन मीडियम ज़्यादा अमाउंट च होंगे, ठीक है। इस तरह के एग्जाम्पल काफ़ी सारी आउणगियां। इसे ही तरह सैपरेटिंग द, अच्छा जे तुसीं दोनों नूं ऑयल ते वाटर, जिस तरह की एग्जाम्पल है ना, लिक्विड 2 लिक्विड ने, 2 लिक्विड ने, उन्होंने जस्ट मैंने अलग अलग कर दिता, अलग अलग कर दिता, सैपरेट कर दिते कंस्टीट्यूट ऑफ लिक्विड, उन्होंने आपां की बोलांगे डीमल्सीफिकेशन, डीमल्सीफिकेशन। ये देखो समझ आया टॉपिक, ये लो जी, ये मेरे वालों टॉपिक की हो चुके हैं, डन हो चुके हैं। आई होप तुहानूं समझ आया होएगा पूरा सरफेस केमिस्ट्री। दैन एक बारी तुसीं लाइक कर देना वीडियो नूं जे नहीं कीती, एंड एक बारी स्माइली सारे ने भेजनी है, तो रिव्यू जरूर देना किवें तुहानूं समझ आया पूरा टॉपिक या नहीं। एंड उस तो बाद हुण आपां ट्राई करते हैं MCQs। लो, आर यू रेडी?
चलो जी देखो सब तो पहला क्वेश्चन की है, कहते सर्ड्स फ्लोटिंग ऑन द सरफेस ऑफ सोप। सर्ड का मतलब थोड़ा पता ना, पंजाबी च आप झग कह दें। सर्ड्स फ्लोटिंग ऑन द सरफेस ऑफ सोप सोल्यूशन कंस्टीट्यूट, ये सोल्यूशन केड़ा बनेगा, देखो कोलाइडल सोल बनेगा। एक सर्ड्स इन द फॉर्म ऑफ गैस होंगी है, और कौन है सोप ऑन सोप की होंगे, सोप एक तरह का की हो जाता है, लिक्विड भी कह सकते हो है ना। गैस लिक्विड एग्जाम्पल बन जाएगी तो की बोलते हैं आप, उन्होंने आप की बोलते हैं फोम बोलते हैं, ठीक है जी, उन्होंने आप की बोलते हैं फोम बोलते हैं। इस तरह तुम इन्हों समझ सकते हो, सी आंसर आएगा। देखो सारे क्वेश्चन जिन्हें भी करांगे सारे तुम अपने खुद ट्राई कर रहे हैं, वीडियो में पॉज करके देखो, जज करो क्वेश्चन का आंसर की होएगा, नोट करो कमेंट के नंबर सारे ने दसने ने किन्ने आया, ठीक है। ये मस्ट है, मस्ट है, लास्ट लैक्चर है क्योंकि थोड़ा जहा इंटरस्ट दिखाओ सारे। उस तो बाद क्वेश्चन नंबर 2, द टाइप ऑफ इमल्शन इज मैंशनड अगेंस्ट, टाइप ऑफ इमल्शन इज मैंशनड अगेंस्ट इमल्शन इन ईच ऑफ द फॉलोइंग विच इज नॉट करैक्ट। दोस्तों केड़ा इन्हां दे विचों करैक्ट नहीं है, इन्हां दे विचों केड़ा करैक्ट नहीं है। मिल्क ऑयल इन वाटर है, वैनिशिंग क्रीम वाटर इन ऑयल है, बटर वाटर इन ऑयल है, या फिर की है कोल्ड क्रीम वाटर इन ऑयल। एग्जाम्पल ने सारियां हिकी दियां इमल्शन दियां, इन्हां दे विचों तुहानूं 4 दिते गए ने, उन्होंने अकॉर्डिंग दिते गए ने। हाँ जो टाइप है इन्हां दी, देखो मिल्क ऑलवेज ऑयल इन वाटर होंदा है, मतलब इत्थे फैट होंदी है ना, फैट इन वाटर होंदी है, फैट इन वाटर पाई जाती है तो अपने को की बन जाता मिल्क बन जाता है ना। दैन वैनिशिंग क्रीम भी होंगी है, वाटर इन ऑयल नहीं होंगी, ये भी वाटर ऑयल इन वाटर होंगी है, ये भी की होएगी ऑयल इन वाटर होएगी, ये गलत हो जाएगा। दैन फिर इन्होंने की किया, नॉट करैक्ट पूछा सी, ये आंसर हो जाएगा। बटर ऑलवेज वाटर इन ऑयल होंगे एंड कोल्ड क्रीम भी ऑलवेज वाटर इन ऑयल होएगी, इनू याद कर लो। ये एग्जाम्पल ने सारियां, ये एग्जाम्पल याद करनियां पैंदियां ने आपां नूं। वैनिशिंग क्रीम ऑलवेज ऑयल इन वाटर होंगी है, मिल्क ऑलवेज ऑयल इन वाटर होंगे, बटर ऑलवेज वाटर इन ऑयल होंगे, कोल्ड क्रीम भी ऑलवेज वाटर इन ऑयल होंगे। समझ आई, समझ आई तो दस देना एक बार आंसर बी इज द राइट ऑप्शन। सिमिलरली क्वेश्चन नंबर 3, स्टेबिलिटी ऑफ लायोफिलिक कोलाइड इज ड्यू टू। देखो हुण स्टेबिलिटी ऑफ लायोफिलिक कोलाइड किहदे करके हुंदी है, जो स्टेबिलिटी हुंदी है लायोफिलिक, तुहानूं पता है जो दो लिक्विड एक दूजे नाल मिक्स होंदे ने, आपां शेक कीता स्टेबिलिटी बन जाती है, तो फिर किहदे करके क्यों, इहदा कारण की है, कहते कि उन्हां दे उपर सेम चार्ज हुंदा है, बिल्कुल इत्थे हुंदा सॉल्वेशन, ये वी है, ठीक है। सॉल्वेशन ऑफ कोलाइडल पार्टिकल बिल्कुल एक दूजे की हो जाते हैं, की हो जाते हैं सॉल्वेशन, मतलब घुल जाते हैं एक दूजे के, ठीक है ना। दैन सॉल्वेशन हो जाती है कोलाइडल पार्टिकल की, बिल्कुल ठीक है। ए एंड बी हो सकता है, दे आर ऑर्गेनिक सबसटांस, बिल्कुल ऑर्गेनिक सबसटांस होंगे ने, बट ये कोई रीजन थोड़ी ना, इन्हों के ड्यू टू थोड़ी ना, आप ये थोड़ी ना कह सकते हैं भी वो कोलाइडल सोल्यूशन ने, सॉरी ऑर्गेनिक सबसटांस ने, तां करके उन्होंने स्टेबिलिटी होंगी है। पहले 2 पॉइंट एप्रोप्रिएट ने, दैन सी आंसर आएगा। सॉल्वेशन हो जाती है, घुल जाते हैं एक दूसरे के विच, सेम चार्ज होंगे, बिल्कुल ठीक है, बिल्कुल ठीक है। एग्जैक्ट एक थोनू पता है ना, कोलाइडल पार्टिकल एट द एंड जो बनता है सेम चार्ज होंगे, सेम चार्ज होंगे उपर, कोई भी पार्टिकल जिन्ने भी पार्टिकल तो मिलकर बनता है सेम चार्ज होंगे, या तो फिर नैगेटिव भी हो सकता है, नैगेटिव भी तो हो सकता है, कोई भी हो सकता है। समझ आई, चलो नेक्स्ट क्वेश्चन नंबर 4, ये प्रीवियस एक्सपेक्टेड ने, आप प्रीवियस एरिया वाले भी बिच ही ने सारे, ठीक है जी, मिक्स ने। फ्लक्चुएशन वैल्यू ऑफ एक्सप्रेस्ड इन टर्म ऑफ उन्होंने, अच्छा फ्लक्चुएशन वैल्यू मतलब प्रेसिपिटेशन नूं किवें तुसीं रिप्रजेंट करोगे इन टर्म ऑफ यूनिट्स, किवें रिप्रजेंट करोगे, मिली मोल पर लीटर, मिलीग्राम पर लीटर, मिली मोल पर 100 मिलीलीटर, ये तो कोई गल नहीं बनी, एंड मिलीग्राम पर 100 ml। देखो की होएगा, इनू याद कर लो, यदि होंगे ने यूनिट मिली मोल्स पर लीटर, मिली मोल्स, ठीक है, मिली मोल्स पर लीटर, एक ही होंगे ने यूनिट होंगे ने, याद कर लो, ठीक है जी। बहुत इंपॉर्टेंट टॉपिक है ये, बहुत ही इंपॉर्टेंट है फ्लक्चुएशन के यूनिट में। इस तो बाद क्वेश्चन नंबर 5, क्वेश्चन नंबर 5, द इमल्सीफाइंग एजेंट प्रेजेंट इन द मिल्क डेट मेक इट स्टेबल। वो किहड़ा इमल्सीफाइंग तुहानूं पता है, इमल्सीफायर भी कह सकते हो, इमल्सीफायर होंदा ना, इमल्सीफायर की करदा है, स्टेबल कर दिंदा इमल्शन नूं, पढ़ चुके हैं आप, हुणी तो पढ़िया। अगेंस्ट एजेंट सॉरी प्रेजेंट इन मिल्क, जिहड़ा मिल्क दे विच प्रेजेंट है किहड़ा होएगा, लैक्टोज, माल्टोज, ठीक है, कैजीन एंड लैक्टिन बेसिली, की होएगा इन्हां दे विचों किहड़ा होएगा राइट आंसर, करो ऑप्शन ए बी सी या डी। चलो मैं दस देना आंसर मेरा सी है जी, आंसर सी आएगा, कैजीन होएगा, कैजीन कह सकते हो या सैजीन कह सकते हो, इहदा की होएगा आंसर CASEIN, ठीक है, ये होएगा आंसर इहदा। की हुंदा है इमल्सीफायर हुंदा है फॉर मिल्क,
ਤਾਂ ਕਿ ਉਹਨੂੰ ਕੀ ਕਰ ਦੇਵੇ, ਸਟੇਬਲ ਕਰ ਦੇਵੇ, ਠੀਕ ਹੈ ਨਾ। ਐਂਡ ਇਸ ਤੋਂ ਬਾਅਦ ਜੇ ਮੈਂ ਕਹਾਂ ਕਿ ਇਹਨਾਂ ਦੇ ਵਿੱਚ ਹੋਰ ਕਿਹੜਾ ਪ੍ਰੋਡਕਟ ਹੁੰਦਾ ਜਿਹੜਾ ਮਿਲਕ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਮਿਲਕ ਦੇ ਵਿੱਚ ਹੋਰ ਕਿਹੜਾ ਇਹਨਾਂ ਦੇ ਵਿੱਚੋਂ ਲੈਕਟੋਜ਼ ਆਏਗਾ, ਉਹ ਕਿਹੜਾ ਆਏਗਾ, ਲੈਕਟੋਜ਼ ਆਏਗਾ। ਤੁਹਾਨੂੰ ਪਤਾ ਕਰਡ ਹੋਵੇ, ਮਿਲਕ ਹੋਵੇ, ਇਹਨਾਂ ਦੇ ਵਿੱਚ ਕਿਹੜਾ ਇੰਜ਼ਾਈਮ ਪ੍ਰੈਜ਼ੈਂਟ ਹੁੰਦਾ, ਇੰਜ਼ਾਈਮ ਹੁੰਦਾ ਇਹ ਲੈਕਟੋਜ਼, ਠੀਕ ਹੈ। ਇੰਜ਼ਾਈਮ ਕਿਹੜਾ ਪ੍ਰੈਜ਼ੈਂਟ ਹੋਏਗਾ, ਲੈਕਟੋਜ਼ ਪ੍ਰੈਜ਼ੈਂਟ ਹੋਏਗਾ, ਠੀਕ ਹੈ। ਇਸ ਤੋਂ ਬਾਅਦ ਕੁਐਸਚਨ ਨੰਬਰ 6, क्वेश्चन नंबर 6 ये जो 5th क्वेश्चन है ना एंजाइम वाला, ये पीएस टेट ਦੇ ਵਿੱਚ ਵੀ ਆਇਆ ਹੋਇਆ, ਨੋਟ ਕਰੋ। पर्पल ऑफ कैसियस इज ए कोलाइडल सोल ऑफ, ये मैं ਤੁਹਾਨੂੰ ਦੱਸ ਚੁੱਕਿਆ, स्पैशल एग्जांपल भी दसी सी, एग्जांपल भी दसी सी कि पर्पल ऑफ कैसियस ਕਿਹੜਾ कोलाइडल सोल है, ਕਿਹੜੇ कोलाइडल सोल ਤੋਂ ਪ੍ਰਪੇਅਰ ਕੀਤਾ ਜਾਂਦਾ ਹੈ, ਗੋਲਡ ਦੇ, ਪਲੈਟੀਨਮ ਦੇ ਜਾਂ ਸਿਲਵਰ ਦੇ। ਜਦੋਂ ਆਪਾਂ ਨੇ ਇਹਦੇ ਵਿੱਚ ਪੈਪਟਾਈਜੇਸ਼ਨ ਕੀਤੀ ਸੀ ਸਿਰਫ 3 ਤਰ੍ਹਾਂ ਦੇ ਕੀਤੀ ਸੀ, ਇੱਕ ਤਾਂ ਮੈਂ ਤੁਹਾਨੂੰ ਦੱਸਿਆ ਸੀ ਗੋਲਡ, ਇੱਕ ਹੋਏਗਾ ਸਿਲਵਰ, ਇੱਕ ਹੋਏਗਾ ਪਲੈਟੀਨਮ, ਠੀਕ ਹੈ, 3 ਦੱਸੇ ਸੀ ਨਾ। ਤਾਂ ਫਿਰ ਇਹਨਾਂ ਦੇ ਵਿੱਚੋਂ ਕਿਹੜਾ ਆਏਗਾ, ਗੋਲਡ ਆਏਗਾ ਜੀ। ਜਦੋਂ ਵੀ ਤੁਸੀਂ ਗੋਲਡ ਸੋਲ ਦੀ ਗੱਲ ਕਰਦੇ ਹੋ, ਗੋਲਡ ਸੋਲ ਤੋਂ ਹੀ ਆਪਾਂ पर्पल ऑफ कैसियस ਬਣਾ ਸਕਦੇ ਹਾਂ। ਇਹ ਕੀ ਹੁੰਦਾ, ਇੱਕ ਕੋਲਾਈਡਲ ਸੋਲ ਹੁੰਦਾ, ਇਹ ਵੀ ਕੀ ਹੁੰਦਾ, ਕੋਲਾਈਡਲ ਸੋਲ ਹੁੰਦਾ। ਸਮਝ ਆਈ ਨਾ। ਆਨਸਰ ਇਜ਼ ਸੀ, ਆਨਸਰ ਇਜ਼ ਸੀ। ਪ੍ਰੀਵੀਅਸ ਈਅਰ ਬੇਸਡ ਪੇਪਰ क्वेश्चन ਨੇ ਸਾਰੇ, ਨੋਟ ਕਰੋ ਇਹਨਾਂ ਨੂੰ, ਨੋਟ, ਠੀਕ ਹੈ। क्वेश्चन नंबर 7, क्वेश्चन नंबर 7, विच ऑफ द फॉलोइंग इज अ लायोफिलिक कोलाइड। ये तो आप कर चुके हैं। देखो कोई भी अजिहा क्वेश्चन नहीं है जिहड़ा तुहानूं ना करवाया गया होवे, मतलब क्वेश्चन नहीं किहड़ा टॉपिक ना करवाया होवे। मैं हर एक टॉपिक पूरी कोशिश की है, ये तुहानूं ना 3-4 क्वेश्चन आने, वो पक्के कर लो अपने, ठीक है ना। 3-4 क्वेश्चन बहुत होंगे। केमिस्ट्री देखो इन्नी ज़्यादा टफ है ना, टफ नहीं कहूँगा मैं, थोड़ी वास्ट है, लंबी है, कि जे थोड़े 3-4 क्वेश्चन एक चैप्टर चो पक्के हो रहे हैं थोड़े लिए, तो वधिया गल की हो सकती है, ठीक है। वैसे वेटेज की भी गल करनी अपने, कोई गल नहीं। विच ऑफ द फॉलोइंग इज लायोफिलिक कोलाइड, इन्हां चो लायोफिलिक कोलाइड किहड़ा होएगा, गोल्ड सोल, ए आर्सैनिक सल्फाइड, AS2 AS आर्सैनिक, 2S3 सल्फर सोल, स्टार्च सोल और FeOH3 फेरिक हाइड्रोक्साइड सोल किहड़ा होएगा इन्हां दे विचों। देखो जी गोल्ड सोल आपां कर चुके हैं, लायोफोबिक है, इहनूं आपां ने प्रिपेयर कीता सी बाय सो मैनी मैथड्स है ना। ये भी आपां ने की कीता सी, पैप्टाइजेशन दे नहीं, पैप्टाइजेशन कैमिकल रिएक्शन दे विच यूज़ कीता सी। स्टार्च सब तो पहली वीडियो च यूज़ कर चुके हैं, किहड़ा हुंदा है, लायोफिलिक हुंदा है। जस्ट वाटर दे विच पाओ, जस्ट किहदे विच पाओ, वाटर दे विच पाओ, आराम दे नाल घुल जाएगा, लायोफिलिक सोल बन जाएगा जस्ट बाय शेकिंग, जस्ट बाय शेकिंग। इनू भी आपां कैमिकल रिएक्शन दे विच कर चुके हैं, लायोफोबिक हुंदा है, ठीक है ना। इस तो बाद क्वेश्चन नंबर 8, आंसर इज सी, आंसर इज सी, ठीक है। क्वेश्चन नंबर 8, विच ऑफ द फॉलोइंग हैज़ मिनिमम गोल्ड नंबर, इन्हां दे विचों किहदा सब तो छोटा गोल्ड नंबर होएगा, मिनिमम गोल्ड नंबर होएगा, की होएगा, पोटैटो स्टार्च, गम अरेबिक, जेलेटिन या एल्बुमन। वैसे मैं तुहानूं 2-3 तो दस ही चुकिया, 2-3 तो मैं तुहानूं दस ही दिते सी कि किन्ना दा गोल्ड नंबर की होएगा, लो होएगा या मिनिमम होएगा। जे आपां बाकी इहदी भी गल करिए, वो भी आपां की कर लैंदे आ, देख लैंदे आ, वो भी आपां की कर लैंदे आ जी, देख लैंदे आ। बहुत ही सिंपल जा टॉपिक है, बहुत ही की है, सिंपल जा टॉपिक है। देखो सब तो पहले जेलेटिन, आलवे याद कर लो, जेलेटिन का हमेशा ही गोल्ड नंबर बहुत ही लो होंदा है। कितना होंदा है मैं दसिया सी, 0.005 तो लैके 0.01 तक, ये कितना होंदा है, ये जेलेटिन का होंदा है। जे मैं इस तो बाद आएगा, इस तो बाद अपने को किहड़ा दिता है, गम है ना, इस तो बाद आएगा, ठीक है, एल्बुमन, एल्बुमन आएगा। इस तो बाद एल्बुमन का कितना होंदा है, 0.1 तो लैके 0.2 तक, ये होंदा है, ये होएगा, ठीक है। उस तो बाद आएगा थोड़े को गम, मतलब सब तो लो जेलेटिन, फिर आएगा एल्बुमन, फिर आएगा गम अरेबिक। गम अरेबिक का होएगा 0.15 तो लैके 25, 0.15 तो लैके 0.25 के विच होएगा। एंड पोटैटो स्टार्च सब तो ज़्यादा कितना होंदा जी, 22-25, इन्ना ज़्यादा गोल्ड नंबर। मतलब की है, जे इन्ना ज़्यादा गोल्ड नंबर है तो इनू प्रोटैक्ट करने के लिए काफ़ी ज़्यादा अमाउंट दे विच लायोफिलिक सोल पाना पाएगा, सो डैट इलैक्ट्रोलाइट इनू प्रेसिपिटेट ना कर देवे। समझ आई लाइन मैं की बोलिया, इनू प्रोटैक्ट करने के लिए काफ़ी ज़्यादा लायोफिलिक सोल पाना पाएगा, लायोफिलिक सोल पाना पाएगा, सो डैट इलैक्ट्रोलाइट इनू की ना कर देवे, कोआगुलेट ना कर देवे, प्रेसिपिटेट ना बना देवे। समझ आया गोल्ड नंबर की हुंदा है, समझ आया ना। तो सब तो लो किहदा होएगा, जेलेटिन का। आंसर सी इज द राइट आंसर। क्वेश्चन नंबर 9, क्वेश्चन नंबर 9 जे मैं तुहानूं लिखा ही दिते ने, दैन फिर ये भी दस दो कि गोल्ड नंबर ऑफ प्रोटैक्टिव कोलाइड ABCD 4 दिते ने, रिस्पैक्टिवली उन्होंने गोल्ड नंबर किन्ने दिते गए ने, 0.50, 0.01, 0.1 या फिर 0.005 रिस्पैक्टिवली। करैक्ट ऑर्डर ऑफ देयर प्रोटैक्टिव पावर, किवें प्रोटैक्ट करनगे,
मैं थोनों दस चुक्या ना, की दस चुके हाँ, देखो ਜਿਹਦਾ जिन्ना ही गोल्ड नंबर लो होएगा मतलब थोनों घट मोड़ चाहिए है गोल्ड नंबर। जिस तरह के मान लो जैलेटिन है, तुसी जैलेटिन नूं की करना चाहुंदे हो, प्रोटेक्ट करना चाहुंदे हो बाई एडिंग इलैक्ट्रो लायोफिलिक सोल। मैंने लायोफिलिक सोल दे विच सिर्फ 0.05 तो लैके 0.01 पाया, इन्ना पाया, मतलब बहुत ही थोड़ा जा पाऊंगा, ये की हो जाएगा, बच जाएगा। मतलब की है एदी पावर की है, एदी पावर की है जैलेटिन के गोल्ड नंबर की पावर की है, नंबर तो मिनीमम है बट पावर की है बहुत ज़्यादा है, इन्ना की ही की कर देगा, पावर की है मैक्सीमम है। समझ आई? क्योंकि जिन्ना अमाउंट घट होएगी उन्ना ही ज़्यादा वधिया, उन्नी छेती की कर देगा, उन्होंने बचा लेगा, प्रोटेक्ट कर लेगा। तो फिर की यदि पावर भी तो ज़्यादा हो गई, तो जिन्ना गोल्ड नंबर घट होएगा पावर उन्नी ज़्यादा होएगी। गोल्ड नंबर इनवर्सली प्रोपोर्शनल टू पावर होंगे, ये समझ लो। ठीक है, मैं वैसे थोड़ा एक्सप्लेन भी कर दिता, बाकी चाहे याद कर लो। ठीक है, चलो फिर कर दो आंसर की आएगा, ए बी सी डी। देखो सब तो लो की इन्होंने नंबर देख लो, ए बी सी डी, डी है ना, ये 0.005 जैलेटिन का होंगे, सब तो लो है, मतलब यदी पावर की होगी सब तो मैक्सिमम, मतलब डी की पावर सब तो ज़्यादा होगी। देखो डी की पावर कितने ज़्यादा, ये रही डी की पावर ज़्यादा, तो सी आंसर आ गया, बाकी चेक करने की जरूरत ही नहीं है। ये थोड़ी ना आप उत्थे ऑर्डर च सैट करांगे, उस तो बाद पावर देखांगे ना, सिंपल देखो सब तो देखो लो पावर की, लो कौन है, गोल्ड नंबर की वैल्यू लो कितने है, ये रही डी दी है ना, ये तो डी मतलब सब तो ज़्यादा है, तो डी का सब तो ज़्यादा कितने देख लो, ये रहा, तो सी आंसर आ गया, सी आंसर आ गया। बड़े छेती हो जाते हैं ये जो क्वेश्चन, तो कोई ज़्यादा टाइम नहीं लगता। ठीक है ना, क्वेश्चन नंबर 10 जो समझ आ रहे हैं तो एक बार वधिया जा ना कमेंट करके सारे ने जरूर सेंड करना है कमेंट के विच, ठीक है ना, ताकि पता लग जाए। रिस्पॉन्स जरूर दिया करो, फीडबैक जरूर दिया करो, इसे दे नाल ही तो देखो मोटिवेशन मिलती है, तो ही और वधिया काम हो पाएगा ना। इस तरह का फिर की होएगा, कुछ भी नहीं होएगा। ठीक है, क्वेश्चन नंबर 10 वैन एक्सैस ऑफ इलैक्ट्रोलाइट इज एडेड टू द कोलाइड, जो एक्सैस ऑफ कोलाइड आप की कर रहे हैं, ऐड कर रहे हैं, कि ऐड किया जा रहा है। ओके, वैन एक्सैस ऑफ इलैक्ट्रोलाइट ऐड कर रहे हो तो की होंगे, कोआगुलेशन होंगी है। मैं तुहानूं की दस्सिया सी, जे तो तुसीं समॉल अमाउंट ऑफ की पा रहे हो इलैक्ट्रोलाइट पा रहे हो तो की होंगी है, वो फ्लक्चुएशन होंगी है। जो कुछ ज़्यादा ही अमाउंट पा रहे हो कोलाइड इलैक्ट्रोलाइट की, फिर की होंगी है, कोआगुलेशन होंगी। आंसर इज ए सिंपल। स्टेबलाइज तो एक होंगे ना, कि होंगे स्टेबलाइज तो आप उन्होंने इमल्सीफायर कह रहे थे, इमल्सीफाई जो स्टेबल कर देंगे। डिल्यूट का तो कोई कंसैप्ट ही नहीं पढ़िया पाने, डू नॉट चेंज भी नहीं हो सकता, तो कोआगुलेशन आएगा। ठीक है ना, चलो क्वेश्चन नंबर 11 in adsorption of oxalic acid on activated charcoal, the activated charcoal is ये अपने को प्रीवियस ईयर पेपर क्वेश्चन कहते जो तुम एडजॉर्प्शन करते हो ऑक्सैलिक एसिड की, एडजॉर्प्शन की हो रही है ऑक्सैलिक एसिड की। ओके, मतलब की है, ये रही मेरे को सरफेस की ऑन एक्टिवेटेड चारकोल, ये कौन है, एक्टिवेटेड चारकोल है। इसके उपर मैं एडजॉर्प्शन की कर रहा, इन मैं लैके आ रहा कि ऑक्सैलिक एसिड नूं, सो डैट वो इहदी सरफेस के उपर आके की हो जाए, अट्रैक्ट हो जाए एंड रिटेन हो जाए, है ना, रिटेन हो जाएगा ना, इसकी सरफेस के उपर लेयरिंग कर लेगा। ठीक है, फिर इतने एक्टिवेटेड चारकोल की है, मैं तुहानूं दस्सिया सी जिहदे उपर एडजॉर्प्शन हो रही है उन्होंने आप एडजॉर्बेंट बोलते हैं, जिस दी एडजॉर्प्शन हो रही है उन्होंने आप एडजॉर्बेट बोलते हैं। दैन एडजॉर्प्शन इतने की हो रही है ऑक्सैलिक एसिड, वो कौन है, एडजॉर्बेट है, एंड जिहदे उपर हो रही है वो कौन है, एक्टिवेटेड चारकोल, वो की है, एडजॉर्बेंट है। दैन आंसर क्या आएगा, सी या बी, ये तो एडजॉर्प्शन है, ये भी ओके, सारी सेम हो गए। ये एडजॉर्बेट है, ये एडजॉर्बेंट है, ये भी एडजॉर्बेट है, इतने अब्जॉर्बेट होना सी ना, क्योंकि सेम हो गए ये सी। कोई गल नहीं, वैसे तो अपने दोनों ही गलत ने, अपना आंसर तो बी है, एडजॉर्बेंट होएगा। ठीक है ना, क्योंकि उसके ऊपर जाके एडजॉर्प्शन हो रही है। चलो क्वेश्चन नंबर लास्ट 12 जेलेटिन सोल्यूशन इज नॉट प्रेसिपिटेटेड बाय एडिंग NaCl सोल्यूशन बिकॉज कहते जेलेटिन दे विच ना मैं अपने इलैक्ट्रोलाइट पाने ताकि वो प्रेसिपिटेशन हो जाए। मान लो मैं चार्ज वगैरह पता कर रहे हैं, उसकी नेचर पता करनी जेलेटिन की, मैंने नहीं पता, मेरे नहीं याद, तो मैं उसकी प्रेसिपिटेशन करके देख लूँगा, उसके उपर मैं इलैक्ट्रिक फील्ड लगाऊंगा तो मैंने नेचर पता लग जाएगी। तो उसकी मैंने NaCl सोल्यूशन चूज़ किया, मैं वो पा लिया सोल्यूशन इस जेलेटिन के, बट उसकी प्रेसिपिटेशन नहीं हो रही। ਹੁਣ ਤੁਸੀਂ ਦੱਸੋ ਇਹਦਾ ਕਾਰਨ ਕੀ ਹੈ। ਚਲੋ मैं ਤੁਹਾਨੂੰ ऑप्शन दे देना ABCD, ਤੁਸੀਂ ਦੱਸੋ ਇਹਦਾ ਕਾਰਨ ਕੀ ਹੈ। इट हैज़ नो चार्ज, कि ਉਹਦੇ ਉੱਪਰ कोई चार्ज नहीं है, कि NaCl ਦੇ ਉੱਪਰ कोई चार्ज नहीं है, बिल्कुल चार्ज है। ठीक है, द फ्लक्चुएटिंग वैल्यू ऑफ NaCl इज़ वेरी लो, कि हो सकता है, बट ये अपन नहीं पता। एवरी जेलेटिन पार्टिकल इज एनवेलप बाई वाटर लेयर, एवरी जेलेटिन पार्टिकल इज एनवेलप बाई वाटर लेयर, कि ਇਹਦਾ कारण हो सकता है
ਬਿਲਕੁਲ ਠੀਕ ਹੋ ਸਕਦਾ ਹੈ। ਕਿਉਂ ਕਹਿੰਦੇ ਹਰ ਇੱਕ ਪਾਰਟੀਕਲ ਆਫ ਜੈਲੇਟਿਨ ਇਜ਼, ਕਿਉਂਕਿ ਇੱਥੇ ਮੈਂ ਜੈਲੇਟਿਨ ਨਹੀਂ ਕਿਹਾ, ਜੈਲੇਟਿਨ ਦਾ ਸੋਲੂਸ਼ਨ ਕਿਹਾ। ਸਮਝੋ ਇਸ ਪੁਆਇੰਟ ਨੂੰ। ਜੈਲੇਟਿਨ ਸੋਲੂਸ਼ਨ ਦਾ ਮਤਲਬ ਵਾਟਰ ਦੇ ਵਿੱਚ ਹੋਏਗਾ ਜੈਲੇਟਿਨ ਆਲਵੇਜ਼। ਸੋਲੂਸ਼ਨ ਦੀ ਗੱਲ ਕਰੋਗੇ ਜੇ ਤੁਸੀਂ, ਦੈਨ ਜੈਲੇਟਿਨ ਸੋਲੂਸ਼ਨ ਨਾ ਫਿਰ ਵਾਟਰ ਲੇਅਰ ਨਾਲ ਕੀ ਹੋਗਾ, ਐਨਵੈਲਪ ਹੋਏਗਾ। NaCl ਦੀ ਪਾਵਰ ਨਾ ਲੋ ਹੁੰਦੀ ਹੈ। ਵੈਸੇ ਮੈਂ ਤੁਹਾਨੂੰ ਦੱਸ ਦਿੰਦਾ, NaCl ਦੀ ਪਾਵਰ ਆਫ ਫਲਕਚੁਏਸ਼ਨ ਦੀ ਵੈਲਿਊ ਹੁੰਦੀ ਹੈ ਨਾ ਜੋ ਲੋ ਹੁੰਦੀ ਹੈ, ਦੈਨ ਉਸ ਨੂੰ ਕੀ ਨਹੀਂ ਕਰ ਸਕਦਾ ਛੇਤੀ, ਉਹਦੇ ਪ੍ਰੈਸੀਪੀਟੇਟ ਨਹੀਂ ਬਣਾ ਸਕਦਾ, ਕਿਉਂਕਿ ਉਹਦੀ ਤਾਂ ਇਵਨ ਉੱਥੇ ਤਾਂ ਪ੍ਰੋਟੈਕਟ ਵੀ ਹੋਇਆ ਬੈਠਾ, ਉਹ ਤਾਂ ਪ੍ਰੋਟੈਕਟ ਹੋਇਆ ਬੈਠਾ। ਫਿਰ ਜਿਹਦੀ ਵੈਲਿਊ ਲੋ ਹੋਏਗੀ ਉਹ ਅੱਗੇ ਜਾ ਕੇ ਕੀ ਲੜੇਗਾ, ਜਿਹਦੇ ਵਿੱਚ ਪਹਿਲਾਂ ਹੀ ਕੋਈ ਪ੍ਰਾਣ ਨਹੀਂ ਨੇ, ਉਹ ਅੱਗੇ ਵਧੀਆ ਕਿਸੇ ਠੀਕ ਹੈ ਤਕੜੇ ਇਨਸਾਨ ਨਾਲ ਕਿਵੇਂ ਲੜੇਗਾ, ਤਾਂ ਨਹੀਂ ਹੋ ਸਕਦਾ। ਤਾਂ ਆਂਸਰ ਸੀ ਆਏਗਾ। ਜੈਲੇਟਿਨ ਪਾਰਟੀਕਲ ਕੀ ਹੋ ਜਾਂਦੇ ਨੇ, ਐਨਵੈਲਪ ਹੋ ਜਾਂਦੇ ਨੇ ਬਾਏ ਵਾਟਰ ਲੇਅਰ। ਇਹ ਆਏਗਾ ਐਪਰੋਪ੍ਰੀਏਟ ਆਂਸਰ, ਇਹ ਆਏਗਾ ਐਪਰੋਪ੍ਰੀਏਟ ਆਂਸਰ, ਠੀਕ ਹੈ ਨਾ। ਕਿਉਂਕਿ ਜ਼ਰੂਰੀ ਥੋੜੀ ਨਾ ਵੈਲਿਊ ਲੋ ਹੈ, ਜੇ ਮੈਂ ਕੋਈ ਹੋਰ ਇਸ ਤਰ੍ਹਾਂ ਦਾ ਲੈ ਲੈਂਦਾ ਪਾਰਟੀਕਲ ਜਿਹਦੀ ਪ੍ਰੈਸਿਪੀਟੇਸ਼ਨ ਵਾਈ NaCl ਹੋ ਸਕਦੀ ਹੈ, ਫਿਰ ਇਹ ਤਾਂ ਗਲਤ ਹੋ ਜਾਏਗਾ ਨਾ ਆਂਸਰ। ਤੇ ਹਰ ਟਾਈਮ ਆਪਾਂ ਇਹ ਨਹੀਂ ਨਾ ਕਹਿ ਸਕਦੇ ਕਿ ਹਾਂਜੀ NaCl ਦਾ ਵੀਕ ਹੈ, ਨਹੀਂ, ਆਪਾਂ ਨੂੰ ਐਪਰੋਪ੍ਰੀਏਟ ਆਂਸਰ ਦੇਖਣਾ ਪਏਗਾ। ਐਵਰੀ ਜੈਲੇਟਿਨ ਪਾਰਟੀਕਲ ਇਜ਼ ਐਨਵੈਲਪ ਬਾਏ ਵਾਟਰ ਲੇਅਰ, ਠੀਕ ਹੈ ਨਾ। ਪਾਣੀ ਦੀਆਂ ਪਰਤਾਂ ਬਣ ਜਾਣਗੀਆਂ ਇਸ ਦੇ ਉੱਪਰ, ਸਮਝ ਆਇਆ ਨਾ। ਤਾਂ ਇਹ ਸੀ ਆਪਣੇ ਕੁਝ MCQs ਪ੍ਰੀਵੀਅਸ ਈਅਰ ਪੇਪਰ ਸਮਝ ਲਓ, ਚਾਹੇ ਐਕਸਪੈਕਟਡ ਸਮਝ ਲਓ, ਠੀਕ ਹੈ। ਸਾਰੇ MCQs ਜੇ ਸਮਝ ਆਏ ਕਮੈਂਟ ਕਰਕੇ ਜ਼ਰੂਰ ਦੱਸੋ ਕਿੰਨੇ ਆਏ ਨੇ, 12 ਆਊਟ ਆਫ ਕਿੰਨੇ ਆਏ ਨੇ, ਠੀਕ ਹੈ। ਉਹ ਤੁਸੀਂ ਨੇ ਜ਼ਰੂਰ ਦੱਸਣਾ ਹੈ। ਤੇ ਗੁੱਡ ਮਿਲ ਜਾਏਗੀ ਜਾਂ ਫਿਰ ਵੈਰੀ ਗੁੱਡ ਮਿਲ ਜਾਏਗੀ ਜਾਂ ਫਿਰ ਨੀਡ ਇੰਪਰੂਵਮੈਂਟ ਮਿਲ ਜਾਏਗਾ, ਹੈ ਨਾ। ਤੇ ਜੋ ਵੀ ਹੈ ਚਲੋ ਕੋਈ ਗੱਲ ਨਹੀਂ। ਆਈ ਹੋਪ ਸਮਝ ਲੱਗ ਗਿਆ ਹੋਏਗਾ ਸਾਰਾ ਟੌਪਿਕ। ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਕ ਆਰ ਤੋਂ ਪਹਿਲਾਂ ਹੀ ਇਸ ਟੌਪਿਕ ਨੂੰ ਪੂਰਾ ਹੋ ਜਾਵੇ। ਮੇਰੇ ਵੱਲੋਂ ਡਨ ਹੋ ਗਿਆ। ਤੇ ਅੱਜ ਦੀ ਵੀਡੀਓ ਇੱਥੇ ਤੱਕ ਹੀ ਰਹੇਗੀ। ਨੈਕਸਟ ਟੌਪਿਕ ਸ਼ੁਰੂ ਕਰਾਂਗੇ, ਠੀਕ ਹੈ। ਵਧੀਆ ਟੌਪਿਕ ਦੱਸਣਾ ਤੁਸੀਂ ਨੇ, ਉਹਨੂੰ ਵੀ ਕੀ ਕਰਨਾ ਹੈ, ਸਜੈਸ਼ਨ ਜ਼ਰੂਰ ਦੇਣੀ ਹੈ ਕਿਹੜਾ ਟੌਪਿਕ ਅੱਗੇ ਕਰਨਾ ਚਾਹੁੰਦੇ, ਫਿਜ਼ੀਕਲ ਕੈਮਿਸਟਰੀ ਜਾਂ ਆਰਗੈਨਿਕ ਕੈਮਿਸਟਰੀ ਜਾਂ ਫਿਰ ਇਨਆਰਗੈਨਿਕ ਕੈਮਿਸਟਰੀ, ਜੋ ਵੀ ਸ਼ੁਰੂ ਕਰਨਾ ਚਾਹੁੰਦੇ, ਜਿਹੜਾ ਵੀ ਚੈਪਟਰ ਦੱਸੋਗੇ ਉਹ ਵੀ ਸ਼ੁਰੂ ਹੋ ਜਾਏਗਾ, ਕੋਈ ਦਿੱਕਤ ਨਹੀਂ ਹੈ। ਜਿਹੜਾ ਟੌਪਿਕ ਤੁਹਾਨੂੰ ਔਖਾ ਲੱਗਦਾ ਹੈ ਉਹ ਦੱਸੋ, ਠੀਕ ਹੈ। ਮੈਕਸਿਮਮ ਉਹ ਵਾਲਾ ਟੌਪਿਕ ਦੱਸੋ ਜਿਹੜਾ ਤੁਹਾਨੂੰ ਬਹੁਤ ਡਿਫੀਕਲਟ ਲੱਗਦਾ, ਉਹਨੂੰ ਸ਼ੁਰੂ ਕਰਾਂਗੇ। ਵਧੀਆ ਤਰੀਕੇ ਨਾਲ ਸਮਝਾਂਗੇ, ਟੌਪਿਕ ਵਾਈਜ਼ ਸਮਝਾਂਗੇ, ਕੋਸ਼ਿਸ਼ ਕਰਾਂਗੇ ਇੰਨਾ ਜ਼ਿਆਦਾ ਲੈਂਥੀ ਵੀ ਨਾ ਕਰੀਏ, ਥੋੜਾ ਜਿਹਾ ਵਧੀਆ ਤਰੀਕੇ ਨਾਲ ਕਰੀਏ ਤਾਂ ਕਿ ਆਪਾਂ ਨੂੰ ਸ਼ਾਰਟ ਦੇ ਵਿੱਚ ਸਾਰਾ ਟੌਪਿਕ ਵੀ ਸਮਝ ਆ ਜਾਵੇ। ਮੈਂ ਕੋਸ਼ਿਸ਼ ਕਰੂੰਗਾ। ਇਹ ਫਸਟ ਸੀ, ਫੀਡਬੈਕ ਜ਼ਰੂਰ ਦੇਣਾ। ਥੈਂਕ ਯੂ ਤੁਹਾਡਾ ਸਾਰਿਆਂ ਦਾ, ਠੀਕ ਹੈ ਜੀ। ਅੱਜ ਆਪਾਂ ਇੱਥੇ ਤੱਕ ਹੀ ਕਰਦੇ ਹਾਂ। ਸਾਰਿਆਂ ਨੂੰ ਬਾਏ ਐਂਡ ਟੇਕ ਕੇਅਰ, ਠੀਕ ਹੈ। ਤੇ ਸਾਰਿਆਂ ਨੇ ਰਿਵਿਊ ਜ਼ਰੂਰ ਦੇਣਾ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ, ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਵਾਓ, ਬਾਕੀਆਂ ਤੋਂ ਵੀ ਕਰਵਾਓ। ਬਾਕੀ ਨੂੰ ਦੱਸੋ ਕਿ ਹਾਂਜੀ ਇਸ ਤਰ੍ਹਾਂ ਸਟੱਡੀ ਇਨਸਾਈਡਰ ਚੈਨਲ ਹੈ ਜਿੱਥੇ ਆਪਾਂ ਇਸ ਤਰ੍ਹਾਂ ਬਹੁਤ ਕੁਝ ਸਿੱਖ ਸਕਦੇ ਹਾਂ, ਠੀਕ ਹੈ। ਬਹੁਤ ਵਧੀਆ ਤਰੀਕੇ ਨਾਲ ਕਰਾਇਆ ਜਾਂਦਾ ਹੈ, ਤਾਂ ਜ਼ਰੂਰ ਸਪੋਰਟ ਕਰੋ। ਆਪਣਾ ਚੈਨਲ ਸਮਝੋ, ਜ਼ਰੂਰ ਸਪੋਰਟ ਕਰੋ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ, ਐਂਡ ਬਾਏ, ਟੇਕ ਕੇਅਰ।